ਅੱਜ ਮੇਰੇ ਨਾਲ ਮੈਂਬਰ ਆਫ ਪਾਰਲੀਮੈਂਟ ਨਿਊਟਨ ਸਰੀ ਤੋਂ ਆਦਰਣੀ ਸੁਖ ਧਾਲੀਵਾਲ ਜੀ ਆਏ ਨੇ। ਟਾਈਮਜ਼ ਆਫ ਕੈਨੇਡਾ ਦੇ ਸਟੂਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਵਿਨੇ ਜੀ, ਮੇਰੇ ਵੱਲੋਂ ਤੁਹਾਨੂੰ ਤੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਜੀ। ਸੁਖ ਧਾਲੀਵਾਲ ਜੀ, 3 ਟਰਮ ਤੋਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਹੋ ਇਸੇ ਕੌਂਸਟੀਚੁਐਂਸੀ ਦੇ ਵਿੱਚ। ਕਿਹੋ ਜਿਹਾ ਤੁਹਾਡਾ ਸਫ਼ਰ ਰਿਹਾ? ਪੋਲੀਟਿਕਸ ਵਿੱਚ ਆਉਣ ਦਾ ਤੁਹਾਡੇ ਮਨ 'ਚ ਕਿਵੇਂ ਵਿਚਾਰ ਆਇਆ? ਕਦੋਂ ਸ਼ੁਰੂਆਤ ਹੋਈ? ਕਿਵੇਂ ਸ਼ੁਰੂਆਤ ਹੋਈ? ਇਹਦੇ ਬਾਰੇ ਜਰਾ ਸਾਨੂੰ ਦੱਸੋ। ਦੇਖੋ, ਪੋਲੀਟਿਕਸ ਮੈਂ ਆਪਣੇ ਲਈ ਮੇਰੇ ਲਈ ਨੌਕਰੀ ਨਹੀਂ ਹੈਗੀ ਜੀ। ਇਸ ਲਈ ਨਹੀਂ ਆਇਆ ਵੀ ਮੈਨੂੰ ਜੌਬ ਚਾਹੀਦੀ ਜਾਂ ਨੌਕਰੀ ਚਾਹੀਦੀ। ਇਨਫੈਕਟ ਇਹ ਮੇਰਾ ਪੈਸ਼ਨ ਹੈ। ਜਦੋਂ ਮੈਂ ਕਹਿੰਦਾ ਵੀ ਮੇਰਾ ਇਹ ਪੈਸ਼ਨ ਆ, ਮੇਰਾ ਲੋਕਾਂ ਦੇ ਨਾਲ ਜਿਹੜਾ ਸੀ ਰਾਬਤਾ ਪੈਦਾ ਕਰਨਾ, ਜੀ, ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਪੇਸ਼ ਹੋ ਰਹੀਆਂ ਨੇ, ਉਹਨਾਂ ਦੀ ਆਵਾਜ਼ ਬਣ ਕੇ ਅੱਗੇ ਖੜੇ ਹੋਣਾ। ਹੁਣ ਚਾਹੇ 3 ਟਰਮਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਮਿਊਨਿਟੀ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈਗਾ। ਇੱਥੋਂ ਦੇ ਲੋਕਾਂ ਨੇ ਚੁਣ ਕੇ ਮੈਨੂੰ ਆਪਣਾ ਤੀਜੀ ਵਾਰ ਨੁਮਾਇੰਦਾ ਭੇਜਿਆ, ਪ੍ਰਿਵਿਲੇਜ ਦਿੱਤੀ। ਪਰ ਮੈਂ ਹਮੇਸ਼ਾ ਪੈਸ਼ਨੇਟਲੀ ਜਿਹੜਾ ਸੀ ਜਿਹੜੀਆਂ ਲੋਕਲ ਇਸ਼ੂਜ਼ ਨੇ ਉਹਨਾਂ ਦੀ, ਔਰ ਇੰਡੀਵਿਜੂਅਲ ਜੇ ਲੋਕਾਂ ਨੂੰ ਹੈਲਪ ਦੀ ਲੋੜ ਸੀ ਤਾਂ ਉਹ ਇੱਥੇ ਕਰਦਾ ਹੈਗਾ। ਇਸ ਕਰਕੇ ਮੇਰਾ ਜਿਹੜਾ ਸੀ ਮੇਨ ਆਉਣਾ। ਤੁਸੀਂ ਕਿਹਾ ਵੀ ਕਿਸ ਤਰੀਕੇ ਨਾਲ ਆਇਆ। ਮੈਂ 1990 ਦੇ ਵਿੱਚ 2nd ਡਿਗਰੀ ਜਿਹੜੀ ਸੀ ਮੇਰੀ ਯੂਨੀਵਰਸਿਟੀ ਕੈਲਗਰੀ ਤੋਂ, ਮੈਂ ਇੰਜੀਨੀਅਰਿੰਗ 'ਚ ਗ੍ਰੈਜੂਏਟ ਹੋਇਆ ਤਾਂ ਉਸ ਸਾਲ ਪੋਲੀਟੀਕਲ ਰੇਸ ਹੋਈ ਸੀਗੀ, ਲੀਡਰਸ਼ਿਪ ਰੇਸ। ਜੌਨ ਕੈਟੀਆਂ ਅਤੇ ਪਾਲ ਮਾਰਟਨ ਜਿਹੜੇ ਸੀ ਉਸ ਰੇਸ ਦੇ ਵਿੱਚ ਸੀ, ਅਤੇ ਮੈਂ ਪਾਲ ਮਾਰਟਨ ਉਹਨਾਂ ਦੀ ਸਪੋਰਟ ਕੀਤੀ ਸੀ। ਉਸ ਤੋਂ ਬਾਅਦ ਉਹ ਫਾਈਨੈਂਸ ਮਿਨਿਸਟਰ ਬਣ ਗਏ। ਜਦੋਂ ਉਹ ਲੀਡਰ ਬਣੇ ਤਾਂ ਉਹਨਾਂ ਨੇ ਮੈਨੂੰ ਫਿਰ ਕਿਹਾ ਵੀ ਸੁਖ ਵੀ ਤੇਰੇ ਵਰਗੇ ਸਾਨੂੰ ਚਾਹੀਦੇ ਆ, ਔਰ ਕਮਿਊਨਿਟੀ ਨੇ ਵੀ ਮੈਨੂੰ ਕਿਹਾ, ਜਿਹੜੇ ਇੱਥੇ ਮੇਰੇ ਨਾਲ ਲੋਕ ਸੀ ਉਹਨਾਂ ਨੇ ਵੀ ਕਿਹਾ ਵੀ ਤੂੰ ਇਸਲੇ ਪਾਸੇ ਆ। ਅਤੇ ਦੈਨ ਉਦੋਂ ਫਿਰ ਜਿਹੜਾ ਸੀ ਰਨ ਕਰਨ ਦਾ ਸ਼ੁਰੂਆਤ ਹੋਈ। ਪਰਿਵਾਰ ਦੀ ਸਪੋਰਟ ਕਿਵੇਂ ਰਹੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਜੀ? ਦੇਖੋ, ਪਰਿਵਾਰ ਦੀ ਹਮੇਸ਼ਾ ਹੀ ਸਪੋਰਟ ਤੋਂ ਬਿਨਾਂ ਤੁਸੀਂ ਇਹ ਪੋਲੀਟਿਕਸ ਨਹੀਂ ਕਰ ਸਕਦੇ, ਕਿਉਂਕਿ ਪਰਟੀਕੂਲਰਲੀ ਮੇਰੇ ਕੇਸ 'ਚ 24/7 ਪੋਲੀਟਿਕਸ ਜਿਹੜੀ ਹੈ, ਜਾਂ ਮੈਂ ਲੋਕਾਂ ਦੀ ਸੇਵਾ ਕਰਦਾ ਜਾਂ ਸਰਵਿਸ ਜਿਹੜੀ ਆਪਣੇ ਆਪ ਨੂੰ ਅਵੇਲੇਬਲ ਰੱਖਦਾ, ਉਹਦੇ ਵਿੱਚ ਮੇਰੇ ਪੇਰੈਂਟਸ ਸੀਗੇ ਉਸ ਵੇਲੇ, ਰਾਈਟ। ਦੋਨੇ ਮੇਰੇ ਮਦਰ ਐਂਡ ਫਾਦਰ, ਮੇਰੀ ਵਾਈਫ ਅਤੇ ਮੇਰੇ 3 ਬੱਚੇ, 2 ਮੇਰੀਆਂ ਬੇਟੀਆਂ ਅਤੇ 1 ਬੇਟਾ। ਬੱਚੇ ਵੀ ਪੋਲੀਟਿਕਸ ਵਿੱਚ ਇੰਟਰਸਟ ਰੱਖਦੇ ਆ? ਉਹ ਬਿਲਕੁਲ ਨਹੀਂ ਇਸ ਵੇਲੇ ਸੋ ਫਾਰ ਤਾਂ, ਪਰ ਮੇਰੀ ਵੱਡੀ ਡਾਟਰ ਜਿਹੜੀ ਆ, ਜੀ, ਜਦੋਂ ਮੇਰੀ ਨੋਮੀਨੇਸ਼ਨ ਕੈਂਪੇਨ ਹੋਈ ਆ ਤਾਂ ਉਹ ਸਾਰੀ ਜਿਹੜੀ ਆ ਉਸਨੇ ਰਨ ਕੀਤੀ। ਪਰ ਦੋਨੇ ਮੇਰੀਆਂ ਬੇਟੀਆਂ ਜਿਹੜੀਆਂ ਨੇ ਉਹ ਪ੍ਰੋਫੈਸ਼ਨਲ ਡਿਗਰੀਜ਼ ਆ। ਵੱਡੀ ਜਿਹੜੀ ਹੈਗੀ ਆ ਉਹਨੇ ਪੀਡੀਆਟ੍ਰਿਕਸ 'ਚ ਜਿਹੜੀ ਸੀ ਰੈਜ਼ੀਡੈਂਸੀ ਕੀਤੀ, ਹੁਣ ਉਹ ਸੀਨੀਅਰ ਫੈਲੋ ਹੈਗੀ ਆ ਨਿਓਨੇਟੋਲੋਜੀ ਦੇ ਵਿੱਚ, ਅਤੇ ਛੋਟੀ ਬੇਟੀ ਜਿਹੜੀ ਮੇਰੀ ਆ ਉਹ ਫੈਮਿਲੀ ਮੈਡੀਸਨ 'ਚ ਜਿਹੜੀ ਆ ਉਹ ਕਰ ਰਹੀ ਆ, ਅਤੇ ਅਗਲੇ ਸਾਲ ਉਹਨੇ ਆਪਣੀ ਪ੍ਰੈਕਟਿਸ ਇੱਥੇ ਸ਼ੁਰੂ ਕਰਨੀ ਆ। ਸੋ ਉਹਨਾਂ ਨੂੰ ਤਾਂ ਆਪਣਾ ਪ੍ਰੋਫੈਸ਼ਨਲ ਜੀਵਨ ਜਿਹੜਾ ਵਾ ਉਹ ਬਿਤਾਉਣਾ ਚਾਹੁੰਦੀਆਂ ਨੇ। ਬੇਟਾ ਹਜੇ 15 ਸਾਲਾਂ ਦਾ, ਉਹ ਵੀ ਕਹਿੰਦਾ ਵਾ ਵੀ ਮੈਂ ਹਰ ਰੋਜ਼ ਚੇਂਜ ਹੁੰਦੀ ਆ ਡਾਇਰੈਕਸ਼ਨ, ਪਰ ਕਹਿੰਦਾ ਮੈਂ ਵੀ ਜਿਹੜਾ ਹੈਗਾ ਉਹ ਵੈਟਨੇਰੀਅਨ ਬਣਨਾ, ਕਿਉਂਕਿ ਘਰ ਦੇ ਵਿੱਚ 2 ਡੌਗਸ ਰੱਖੇ ਹੈਗੇ ਆ, ਅਤੇ ਉਹ ਜਿਹੜਾ ਵਾ ਪੈਟ ਲਵਰ ਹੈਗਾ, ਇੱਧਰ ਨੂੰ ਉਹਨੇ ਜਾਣਾ ਹੈ। ਜਿਹੜੀ ਆਪਣੀ ਕੌਂਸਟੀਚੁਐਂਸੀ ਹੈ ਨਿਊਟਨ ਸਰੀ ਵਾਲੀ, ਇਹ ਬੜੀ ਡਾਈਵਰਸ ਔਰ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਨੇ, ਬਹੁਤ ਧਰਮਾਂ ਦੇ ਲੋਕ ਵੀ ਇਹਦੇ ਵਿੱਚ ਰਹਿੰਦੇ ਨੇ, ਮੈਜੋਰਟੀ ਸਿੱਖ ਕਮਿਊਨਿਟੀ ਵੀ ਰਹਿੰਦੀ ਹੈ। ਔਰ ਇਸ ਸਾਲ ਤੁਸੀਂ ਜਿਹੜਾ ਬਿੱਲ ਲੈ ਕੇ ਆਏ ਸੀ ਸਿੱਖ ਹੈਰੀਟੇਜ ਮੰਥ ਦਾ ਅਪ੍ਰੈਲ ਦੇ ਵਿੱਚ, ਉਹਦੇ ਬਾਰੇ ਸਾਨੂੰ ਦੱਸੋ। ਤੁਸੀਂ ਦੇਖੋ ਕਿਹਾ ਵੀ ਜਦੋਂ ਸਰੀ ਨਿਊਟਨ ਦੀ ਗੱਲ ਕਰਦੇ ਆ ਡਾਈਵਰਸ ਕਮਿਊਨਿਟੀ ਦੀ, ਕਿਉਂਕਿ ਕੈਨੇਡਾ ਹੈ ਹੀ ਡਾਈਵਰਸ ਕੰਟਰੀ ਹੈ ਜੀ, ਠੀਕ ਹੈ ਨਾ। ਜਦੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੀ ਗੱਲ ਕਰਦੇ ਆ, ਉਹ ਹਮੇਸ਼ਾ ਇਹ ਕਹਿੰਦੇ ਵੀ ਜਿਹੜੀ ਡਾਈਵਰਸਿਟੀ ਉਹ ਕੈਨੇਡਾ ਦੀ ਸਟਰੈਂਥ ਹੈਗੀ ਆ। ਜਦੋਂ ਸਰੀ ਨਿਊਟਨ ਦੀ ਗੱਲ ਕਰਦੇ ਆ, ਚਾਹੇ ਅਸੀਂ ਇਕਨੋਮਿਕਲੀ ਦੇਖ ਲਈਏ, ਚਾਹੇ ਅਸੀਂ ਸੋਸ਼ਲੀ ਰਿਲੀਜੀਅਸਲੀ ਦੇਖ ਲਈਏ, ਬੜੀ ਜਿਹੜੀ ਡਾਈਵਰਸ ਰਾਈਡਿੰਗ ਆ, ਔਰ ਮੈਨੂੰ ਹਰੇਕ ਧਰਮ ਦੇ ਵਿੱਚ ਜਾਣ ਦਾ ਮੌਕਾ ਮਿਲਦਾ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਮੈਜੋਰਟੀ ਸਿੱਖ ਕਮਿਊਨਿਟੀ ਇੱਥੇ ਹੈਗੀ ਆ, ਉਹਦੇ ਵਿੱਚ ਜੇ ਦੇਖਿਆ ਜਾਵੇ, ਕਿਉਂਕਿ ਮੈਂ ਦੇਖਦਾ ਹੈਗਾ ਵੀ ਸਿੱਖ ਮੈਨੂੰ ਅਪਰੋਚ ਕੀਤਾ ਵੀ ਜਿਹੜਾ ਸਿੱਖ ਹੈਰੀਟੇਜ ਮੰਥ ਜਿਹੜਾ, ਕਿਉਂਕਿ ਇੱਥੇ ਬੜੀ ਧੂਮਧਾਮ ਮਨਾਉਂਦੇ ਆ ਆਪਣੀ ਇਸ ਕੰਸਟੀਚੁਐਂਸੀ। ਵਿਸਾਖੀ ਦਾ ਤਕਰੀਬਨ ਸਾਰਿਆਂ ਨਾਲੋਂ ਵੱਡਾ ਨਗਰ ਕੀਰਤਨ ਇੱਥੇ 5 ਮਿਲੀਅਨ ਤੋਂ ਉੱਤੇ ਲੋਕ ਜਿਹੜੇ ਆ ਉਹ ਇੱਥੇ ਹੁੰਦਾ। ਸੋ ਉਹ ਸੀਗਾ ਕਿ ਵੀ ਇਹਨੂੰ ਸਿੱਖ ਹੈਰੀਟੇਜ ਮੰਥ ਦਾ ਜਿਹੜਾ ਸੀਗਾ ਉਹ ਲਿਆਂਦਾ ਜਾਵੇ। ਕਿਉਂ? ਜਦੋਂ ਅਸੀਂ ਦੇਖਦੇ ਹਾਂ ਵੀ ਕਮਿਊਨਿਟੀ ਜਿਹੜੀ ਸੀਗੀ ਇੱਥੇ, ਐਂ ਲੱਗਦਾ ਵਾ ਵੀ ਅਸੀਂ ਇਮੀਗ੍ਰੈਂਟਸ ਨੇ ਕਈ ਵਾਰ ਜਿਹੜੀ ਵੱਧਦਾ ਰੇਸਿਜ਼ਮ ਕਹਿ ਲਓ ਜਾਂ ਜਿਹੜੀ ਇੰਟੋਲਰੈਂਸ ਕਹਿ ਲਓ, ਜਦੋਂ ਦੇਖਦੇ ਸੀ। ਪਰ ਜਦੋਂ ਦੇਖਦੇ ਹੈਗੇ ਆ ਕਿ ਪਹਿਲਾ ਸਿੱਖ ਜਿਹੜਾ ਸੀ BC ਦੇ ਵਿੱਚ ਉਹ 1897 'ਚ ਆਇਆ, ਅਤੇ 1867 ਦੇ ਵਿੱਚ ਜਿਹੜਾ ਸੀ ਉਹ ਕੈਨੇਡਾ ਦੀ ਕਨਫੈਡਰੇਸ਼ਨ ਹੋਈ। ਉਦੋਂ ਬਾਅਦ ਆ ਕੇ ਚਾਹੇ ਉਹ World War I ਦੀ ਗੱਲ ਕਰ ਲਈਏ, ਚਾਹੇ World War II ਦੀ ਗੱਲ ਕਰ ਲਈਏ, ਚਾਹੇ ਅੱਜ ਮਿੱਲਾਂ ਬਿਲਡ ਕਰਨ ਦੀ ਗੱਲ ਕਰ ਲਈਏ, ਚਾਹੇ ਅਸੀਂ ਰੇਲ ਲਾਈਨਾਂ ਵਿਛਾਉਣ ਦੀ ਗੱਲ ਕਰ ਲਈਏ, ਔਰ ਅੱਜ ਜਿਹੜੀਆਂ ਪ੍ਰੋਫੈਸ਼ਨਲ ਸਰਵਿਸਿਜ਼ ਚਾਹੇ ਕਿਸੇ ਵੀ ਖਿੱਤੇ ਦੇ ਵਿੱਚ ਹੋਣ, ਜਿਹੜੀਆਂ ਕੈਨੇਡੀਅਨਸ ਨੂੰ ਪ੍ਰੋਵਾਈਡ ਕਰਦੇ ਆ, ਉਹ ਪੰਜਾਬੀਆਂ ਨੇ। ਔਰ ਖਾਸ ਕਰਕੇ ਜਿਹੜਾ ਤੁਸੀਂ ਆਪਾਂ ਸਿੱਖ ਹੈਰੀਟੇਜ ਮੰਥ ਦੀ ਗੱਲ, ਸਿੱਖਾਂ ਨੇ ਉਹ ਆਪਣੀ ਪੂਰੀ ਉਹਨਾਂ ਨੇ ਕੰਟਰੀਬਿਊਸ਼ਨ ਜਿਹੜੀ ਆ ਉਹ ਕੀਤੀ ਆ। ਉਹ ਕੰਟਰੀਬਿਊਸ਼ਨ ਨੂੰ ਰੈਕੋਗਨਾਈਜ਼ ਕਰਨ ਲਈ
ਜੀ ਤਾਂ ਕਿ ਅਸੀਂ ਜਿਹੜੇ ਸਾਡੇ ਐਨਸੈਸਟਰਸ ਨੇ ਹਾਰਡ ਵਰਕ ਕੀਤਾ, ਘਾਲ ਨਾ ਕਾਲੀ, ਜਿਨ੍ਹਾਂ ਦੇ ਸਦਕਾ ਅਸੀਂ ਅੱਜ ਜਿਹੜੀਆਂ ਪ੍ਰਿਵਿਲੇਜਸ ਮਾਣ ਰਹੇ ਹਾਂ, ਉਹ ਅਸੀਂ ਜਿਹੜੀਆਂ ਨੇ ਕਲਮਬੰਦ ਕਰ ਸਕੀਏ, ਜੀ ਉਹ ਅਸੀਂ ਲੋਕਾਂ ਨੂੰ ਦੱਸ ਸਕੀਏ, ਪਲੱਸ ਅਸੀਂ ਆਉਣ ਵਾਲੀਆਂ ਜਨਰੇਸ਼ਨ ਨੂੰ ਦੱਸ ਸਕੀਏ, ਤਾਂ ਕਿ ਉਹ ਜਨਰੇਸ਼ਨ ਜਿਹੜੀਆਂ ਨੇ ਇੱਥੋਂ ਇੰਸਪੀਰੇਸ਼ਨ ਲੈ ਕੇ ਅੱਗੇ ਜਿਹੜਾ ਵਾ ਪੋਜ਼ਿਟਿਵ ਰੋਲ ਕੰਟਰੀ ਨੂੰ ਬਣਾਉਣ ਦੇ ਵਿੱਚ, ਜਿਸ ਤਰ੍ਹਾਂ ਸਾਡੇ ਐਨਸੈਸਟਰਸ ਨੇ ਬਿਲਡ ਕੀਤਾ, ਬਿਜ਼ਨਸ ਨੇ ਬਿਲਡ ਕੀਤਾ, ਉਸ ਤਰੀਕੇ ਨਾਲ ਉਹ ਕੰਮ ਜਿਹੜਾ ਉਹ ਕਰਦੇ ਰਹਿਣਾ। ਤੁਸੀਂ ਇਹ ਬਿੱਲ ਲੈ ਕੇ ਆਏ, ਬਾਕੀ ਸਾਰੀਆਂ ਪਾਰਟੀਆਂ ਵੱਲੋਂ ਵੀ ਪੂਰੀ ਸਪੋਰਟ ਮਿਲੀ? ਦੇਖੋ, ਮੈਂ ਇਸ ਬਿੱਲ ਦੇ ਨਾਲ ਬਿਲਕੁਲ, ਕਿਉਂਕਿ ਮੇਰਾ ਜਿਹੜਾ ਮਕਸਦ ਹੈਗਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੀ। ਵੀ ਮੇਰਾ ਹੈ, ਜਦੋਂ ਮੈਂ ਪੋਲਿਟਿਕਸ 'ਚ ਆਇਆ, ਮੇਰਾ ਪੈਸ਼ਨ ਹੈ ਵੀ ਕੰਮ ਨੂੰ ਅਸੀਂ ਅਚੀਵ ਕਰਨਾ, ਜੀ ਵੀ ਅਸੀਂ ਆਪਦੇ ਕੰਸਟੀਚੁਐਂਟਸ ਲਈ ਬੈਸਟ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਹੁਣ ਜਦੋਂ ਬਿੱਲ ਲੈ ਕੇ ਆਉਂਦਾ ਸੀ, ਮੈਂ ਇਹਦੇ ਨਾਲ ਪੋਲਿਟਿਕਸ ਵੀ ਖੇਡ ਸਕਦਾ ਸੀ, ਜੀ ਪਰ ਮੈਂ ਇਹਦੇ ਨਾਲ ਪੋਲਿਟਿਕਸ ਨਹੀਂ ਖੇਡਣੀ ਚਾਹੀਦੀ। ਮੈਂ ਇਹਨੂੰ ਕੀ ਕੀਤਾ ਕਿ ਮੈਂ ਸਾਰੀਆਂ ਪਾਰਟੀਆਂ ਨੂੰ ਸੋਚਿਆ ਵੀ ਇਹਨੂੰ ਯੂਨੈਨਿਮਸਲੀ ਪਾਸ ਹੋਵੇ, ਮੇਨ ਤੱਕ ਜਿਹੜਾ ਵਾ ਲੈਜਿਸਲੇਸ਼ਨ ਬਣਨਾ ਚਾਹੀਦਾ, ਲਾਅ ਬਣਨਾ ਚਾਹੀਦਾ। ਜੀ ਉਹਦੇ ਵਿੱਚ ਮੈਂ ਕੰਜ਼ਰਵੇਟਿਵ ਪਾਰਟੀ ਦੇ ਨੁਮਾਇੰਦਿਆਂ ਨੂੰ ਵੀ ਜਾ ਕੇ ਮਿਲਿਆ, ਉਹਦੇ ਵਿੱਚ ਮੈਂ ਐਨਡੀਪੀ ਦੇ ਨੁਮਾਇੰਦਿਆਂ ਨੂੰ ਵੀ ਮਿਲਿਆ, ਗ੍ਰੀਨ ਪਾਰਟੀ ਦੇ ਲੀਡਰ ਐਲਿਜ਼ਾਬeth ਮੇ ਨੇ ਵੀ ਉਹਨੂੰ ਸੈਕੰਡ ਕੀਤਾ, ਜੀ। ਬਲਾਕ ਕੁਬੈਕ ਵਾਹ ਦੇ ਮੈਂਬਰਸ ਨੂੰ, ਤੇ ਲਿਬਰਲ ਦੇ ਵੀ। ਸੋ ਸਾਰੇ ਪਾਸੇ ਮੈਂ ਉਹਦੀ ਜਿਹੜੀ ਸੀ ਪਹਿਲਾਂ ਉਹ ਸਪੋਰਟ ਜਿਹੜੀ ਸੀ ਉਹ ਯੂਨੈਨਿਮਸਲੀ ਉਹ ਪਾਸ ਹੋਇਆ ਪਾਰਲੀਮੈਂਟ 'ਚੋਂ, ਤੇ ਇਸੇ ਤਰ੍ਹਾਂ ਸੈਨੇਟ 'ਚੋਂ। ਜੀ ਚਾਹੇ ਉਹ ਸੈਨੇਟਰ ਮਰਵਾਹ ਜਿਹੜੇ ਸੀਗੇ, ਜੀ ਉਹਨਾਂ ਨੇ ਉਹਨੂੰ ਜਿਹੜਾ ਸੀ ਸਪਾਂਸਰ ਕੀਤਾ, ਜੀ ਔਰ ਨਾਲ ਹੀ ਜਿਹੜਾ ਸੀ ਮੈਂ ਕੰਜ਼ਰਵੇਟਿਵ ਦੇ ਜਿਹੜੇ ਕ੍ਰਿਟਿਕ ਸੀਗੇ ਪਿਕ ਕੀਤੇ, ਉਹ ਵੀ ਮੈਂ ਆਪ ਹੀ ਜਾ ਕੇ ਉਹਨਾਂ ਨੂੰ ਮਿਲਿਆ, ਸੈਨੇਟਰ ਅਤਾਨੁੱਲਾ ਜਾਨ, ਉਹਨਾਂ ਨੇ ਵੀ ਮੈਨੂੰ ਅਨਵੇਵਰਿੰਗ ਸਪੋਰਟ ਦਿੱਤੀ। ਸੋ ਜਦੋਂ ਸੈਨੇਟ 'ਚੋਂ ਵੀ ਪਾਸ ਹੋਇਆ ਤਾਂ ਵੀ ਇਹ ਯੂਨੈਨਿਮਸਲੀ ਪਾਸ ਹੋਇਆ। ਸੋ ਇਹੀ ਕਾਰਨ ਸੀਗਾ ਕਿ ਬਿੱਲ ਮੈਂ ਜਲਦੀ ਦੇ ਨਾਲ ਜਿਹੜਾ ਸੀ ਇਹਨੂੰ ਉਹ ਪਾਸ ਕਰਾ ਲਿਆ, ਨਹੀਂ ਤਾਂ ਜਿਹੜਾ ਬਹੁਤ ਦੇਰ ਲੱਗਦੀ ਔਰ ਜੂਨ ਦੇ ਵਿੱਚ ਪਾਰਲੀਮੈਂਟ ਉੱਠ ਖੜਨੀ ਸੀ ਤੇ ਫਲੋਰ ਦੇ ਉੱਤੇ ਬਿੱਲ ਜਿਹੜਾ ਸੀ ਉਹ ਡਾਈ ਹੋ ਜਾਣਾ ਸੀ। ਨਹੀਂ, ਤੁਸੀਂ ਇਹਦੇ ਲਈ ਵਧਾਈ ਦੇ ਪਾਤਰ ਹੋ, ਕਿਉਂਕਿ ਇਹ ਬਿੱਲ ਪਾਸ ਕਰਕੇ ਜਿੱਥੇ ਆਪਾਂ ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨ ਟੁਵਰਡਸ ਕੈਨੇਡਾ ਨੂੰ ਐਕਨੋਲਜ ਕੀਤਾ, ਉਹਨੂੰ ਐਪਰੀਸ਼ੀਏਟ ਕੀਤਾ, ਉਹਦੇ ਨਾਲ ਬਲ ਮਿਲਦਾ ਸਭ ਨੂੰ ਹੋਰ ਵਧੀਆ ਕੰਟਰੀ ਵਾਸਤੇ ਕਰਨ ਨੂੰ। ਕਿਉਂਕਿ ਦੇਖੋ, ਇਹ ਡਾਈਵਰਸਿਟੀ ਨੂੰ ਵੀ ਵਧਾਵਾ ਦਿੰਦਾ, ਜਿਹੜੀ ਪ੍ਰਾਈਮ ਮਿਨਿਸਟਰ ਦੀ ਵਿਜ਼ਨ ਕਹਿ ਲਓ, ਜਾਂ ਸਾਡੀ ਜਿਹੜੀ ਕੰਟਰੀ ਦੀ ਇੰਟੈਂਟ ਕੈਨੇਡਾ ਦੀ ਹੈਗੀ, ਕਿਉਂਕਿ ਕੈਨੇਡਾ ਜਿਹੜਾ ਇੱਕ ਬੜਾ ਡਾਈਵਰਸ ਕੰਟਰੀ ਹੈਗਾ। ਸੋ ਜਦੋਂ ਅਸੀਂ ਇਹੋ ਜਿਹੇ ਬਿੱਲ ਲੈ ਕੇ ਆਉਣੇ ਹੈਗੇ ਆ, ਅਵੇਅਰਨੈਸ ਲਿਆਉਣੇ ਹੈਗੇ ਆ ਸਾਡੀ, ਤੇ ਜਿਹੜਾ ਵੱਧ ਰਿਹਾ ਰੇਸਿਜ਼ਮ ਜਾਂ ਇੰਟੋਲਰੈਂਸ ਹੈਗਾ, ਉਹਨੂੰ ਇਹ ਠੱਲ ਪਾਉਂਦਾ। ਪਰ ਮੈਨੂੰ ਵਧਾਈ ਨਹੀਂ, ਵਧਾਈ ਕਮਿਊਨਿਟੀ ਨੂੰ, ਜਿਨ੍ਹਾਂ ਨੇ ਮੈਨੂੰ ਚੁਣ ਕੇ ਭੇਜਿਆ, 3 ਵਾਰ ਜਿਹੜਾ ਸੀ ਚੁਣ ਕੇ ਪ੍ਰਿਵਿਲੇਜ ਦਿੱਤੀ ਤੇ ਮੌਕਾ ਮਿਲਿਆ ਮੈਨੂੰ ਪਾਰਲੀਮੈਂਟ 'ਚ ਬੈਠਣ ਦਾ। ਇਹੀ ਕਾਰਨ ਸੀਗਾ ਕਿ ਮੈਂ ਉਸ ਕਰਕੇ ਇਹ ਬਿੱਲ ਅੱਗੇ ਲਿਆ ਸਕਿਆ। ਔਰ ਇਸ ਪਾਰਲੀਮੈਂਟ ਦੇ ਵਿੱਚ ਸਿਰਫ ਤੇ ਸਿਰਫ 10 ਪ੍ਰਾਈਵੇਟ ਮੈਂਬਰ ਬਿੱਲ ਜਿਹੜੇ ਪਾਰਲੀਮੈਂਟ ਵਾਲੇ ਵੱਲੋਂ ਗਏ ਆ, ਉਹੀ ਪਾਸ ਹੋਏ, ਉਹਨਾਂ 'ਚੋਂ ਇਹ ਇੱਕ ਬਿੱਲ ਸੀ। ਕੈਨੇਡਾ ਦੇ ਵਿੱਚ ਬਹੁਤ ਸਾਰੇ ਇਮੀਗ੍ਰੈਂਟਸ ਆ ਰਹੇ ਨੇ, ਬਹੁਤ ਸਾਰੇ ਇੱਥੇ ਦੇ ਵੀ ਜਿਹੜੇ ਬੱਚੇ ਨੇ ਵੱਡੇ ਹੋ ਰਹੇ ਨੇ, ਜੌਬਸ ਜਿਹੜੀਆਂ ਦਿਨੋਂ ਦਿਨ ਉਹਨਾਂ ਦੀ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਹੈ, ਜ਼ਿਆਦਾ ਜੌਬ, ਜੇ ਜ਼ਿਆਦਾ ਲੋਕ ਨੇ ਤਾਂ ਜ਼ਿਆਦਾ ਜੌਬਾਂ ਚਾਹੀਦੀਆਂ ਨੇ। ਸੋ ਲਿਬਰਲ ਪਾਰਟੀ ਆਫ ਕੈਨੇਡਾ ਔਰ ਤੁਸੀਂ ਰਲ ਕੇ ਕੀ ਕੁਛ ਕੀਤਾ ਤਾਂ ਕਿ ਜੌਬਾਂ ਨਵੀਆਂ ਕ੍ਰੀਏਟ ਕੀਤੀਆਂ ਜਾ ਸਕਣ, ਲੋਕਾਂ ਕੋਲ ਜੌਬਾਂ ਹੋਣ, ਤਾਂ ਕਿ ਪਰਿਵਾਰ ਜਿਹੜੇ ਆ ਉਹ ਬਾਕੀ ਚੀਜ਼ਾਂ ਅਫੋਰਡ ਕਰ ਸਕਣ, ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਵਧੀਆ ਰਹੇ? ਦੇਖੋ, ਦੋ ਕੁਐਸਚਨ ਹੈਗੇ ਜੀ। ਇੱਕ ਹੈਗਾ ਤੁਸੀਂ ਜੌਬਸ ਦੀ ਗੱਲ ਕੀਤੀ, ਦੂਜੀ ਹੈਗੀ ਅਫੋਰਡੇਬਿਲਟੀ ਦੀ। ਜੀ ਦੇਖੋ, ਜਿੱਥੇ ਜੌਬਸ ਦੀ ਗੱਲ ਆਉਂਦੀ ਹੈਗੀ ਆ, ਜਦੋਂ ਆਪਾਂ ਦੇਖਦੇ ਹੈਗੇ, ਜੇ ਅੱਜ ਅਸੀਂ ਬੱਚਿਆਂ ਲਈ ਬਹੁਤ ਚੰਗੀ ਗੱਲ, ਕਿਉਂਕਿ ਜੇ ਅਸੀਂ ਬੱਚਿਆਂ ਲਈ ਆਪਣੇ ਲਈ ਅਪਰਚੂਨਿਟੀਜ਼ ਨਹੀਂ ਕ੍ਰੀਏਟ ਕਰ ਸਕਦੇ ਤਾਂ ਗਵਰਨਮੈਂਟ ਦੇ ਵਿੱਚ ਆਉਣ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ। ਉਹਦੇ ਵਿੱਚ ਕੀ ਹੈਗਾ ਕਿ ਜੇ ਦੇਖੋ ਪਿਛਲੀ ਇਕਨੋਮੀ ਦੇਖੋ ਅੰਡਰ ਲਿਬਰਲ ਗਵਰਨਮੈਂਟ, G7 ਕੰਟਰੀ ਦੇ ਵਿੱਚੋਂ ਇਸ ਵੇਲੇ ਫਾਸਟੈਸਟ ਗਰੋਇੰਗ ਇਕਨੋਮੀ ਹੈਗੀ। 1 ਮਿਲੀਅਨ ਨਵੀਆਂ ਜੌਬ ਜਿਹੜੀਆਂ ਨੇ ਕੈਨੇਡੀਅਨ ਬਿਜ਼ਨੈਸਿਸ ਨੇ ਕ੍ਰੀਏਟ ਕੀਤੀਆਂ ਕੈਨੇਡਾ 'ਚ, ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੇ ਉਹ ਬਿਜ਼ਨੈਸਿਸ ਨੇ ਉਹ ਸਸਟੇਨ ਹੋ ਸਕਣ, ਇਨੋਵੇਟ ਕਰ ਸਕਣ ਆਪਣੇ ਆਪ ਨੂੰ। ਟੈਕਨੋਲੋਜੀ ਦੀ ਗੱਲ ਆਉਂਦੀ, ਰਿਸਰਚ ਦੀ ਗੱਲ ਆਉਂਦੀ, ਅਸੀਂ ਹਰੇਕ ਪਾਸੇ ਸਾਇੰਸ ਬੇਸਡ ਡਿਸੀਜਨ ਦੇ ਨਾਲ ਉਹਨਾਂ ਦੀ ਮਦਦ ਕੀਤੀ ਆ। ਔਰ ਸਮਾਲ ਬਿਜ਼ਨੈਸ ਜਿਹੜੇ ਨੇ ਉਹ ਬੈਕਬੋਨ ਨੇ ਕਿਸੇ ਵੀ ਕਮਿਊਨਿਟੀ ਦਾ, ਉਹਨਾਂ ਦੇ ਟੈਕਸਿਸ ਅਸੀਂ 11% ਤੋਂ ਘਟਾ ਕੇ ਜਿਹੜਾ ਵਾ ਉਹ ਅਸੀਂ 9% ਕਰ ਦਿੱਤੇ ਆ। ਪਰ ਦੂਸਰੇ ਪਾਸੇ ਤੁਸੀਂ ਗੱਲ ਕੀਤੀ ਅਫੋਰਡੇਬਿਲਟੀ ਦੀ, ਉਹਦੇ ਨਾਲ ਹੀ ਅਸੀਂ ਕੀ ਕੀਤਾ, ਕਿਉਂਕਿ ਅਸੀਂ ਇਹ ਇੱਕ ਮਨੋਰਥ ਲੈ ਕੇ ਆਏ ਸੀ ਵੀ ਜਿਹੜੀਆਂ ਮਿਡਲ ਕਲਾਸ ਫੈਮਿਲੀਜ਼ ਅਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਚੱਕ ਸਕਦੇ ਹਾਂ। ਉਹ 'ਚੋਂ ਬਹੁਤ ਸਾਰੇ ਤੁਹਾਡੇ ਦਰਸ਼ਕ ਵੀ ਜਿਹੜੇ ਨੇ ਉਹ ਹੋਣਗੇ ਜਿਹੜੇ ਇਸ ਚੀਜ਼ ਨਾਲ ਸਹਿਮਤ ਹੋਣਗੇ। ਉਹਦੇ ਵਿੱਚ ਆ ਕੇ ਅਸੀਂ ਆਉਂਦੇ ਹਾਂ, ਪਹਿਲਾਂ ਜਿਹੜੇ ਮਿਡਲ ਕਲਾਸ ਫੈਮਿਲੀ ਸੀਗੀਆਂ ਉਹਨਾਂ ਦੇ ਟੈਕਸਿਸ ਘੱਟ ਕੀਤੇ, ਔਰ ਜਿਹੜੇ 1% ਟੌਪ ਹੀਸ ਪੀਪਲ ਸੀਗੇ, ਅਮੀਰ ਲੋਕ ਸੀ, ਉਹਨਾਂ 'ਤੇ ਅਸੀਂ ਟੈਕਸ ਲਾਏ। ਔਰ ਉਹਦੇ ਨਾਲ ਇੱਕ ਚਾਈਲਡ ਕੇਅਰ ਜਿਹੜਾ ਸੀਗਾ ਬੈਨੀਫਿਟਸ ਜਿਹੜੇ ਸੀ ਉਹ ਲੈ ਕੇ ਆਂਦੇ, ਜਿਹਦੇ ਨਾਲ ਕੱਲੀ ਸਰੀ ਨਿਊਟਨ ਦੇ ਵਿੱਚ ਐਵਰੀ ਮੰਥ $8 ਮਿਲੀਅਨ ਇੱਥੇ ਆ ਰਿਹਾ, ਔਰ 13,000 ਫੈਮਿਲੀ ਜਿਹੜੀਆਂ ਨੇ ਉਹਨਾਂ ਨੂੰ ਹੈਲਪ ਹੋਈ। ਮਿਨੀਮਮ ਤਕਰੀਬਨ ਐਵਰੇਜ $600 ਤੋਂ ਜ਼ਿਆਦਾ ਉਹਨਾਂ ਨੂੰ ਮੰਥ ਦਾ ਉਹ ਮਿਲ ਰਿਹਾ, ਕਿਉਂਕਿ ਉਹਦੇ ਨਾਲ ਕੀ ਹੈ ਕਿ ਸਾਡੇ ਅਫੋਰਡੇਬਿਲਟੀ ਦੇ ਵਿੱਚ ਸਾਡੀ ਜਿਹੜੀ ਆ ਉਹ ਹੈਲਪ ਹੁੰਦੀ। ਸੋ ਜਦੋਂ ਗੱਲ ਕਰਦੇ ਹਾਂ ਇਕਨੋਮਿਕ ਨੀਤੀਆਂ ਦੀ,
ਉਹ ਬਹੁਤ ਵਧੀਆ ਨੀਤੀਆਂ ਲੈ ਕੇ ਆ ਰਹੇ ਹਨ। ਪਰ ਨਾਲ ਹੀ ਜਿਹੜੀਆਂ ਸੋਸ਼ਲ ਜਸਟਿਸ ਨੀਤੀਆਂ ਦੀ ਗੱਲ ਹੈ, ਚਾਹੇ ਉਹ ਇਮੀਗ੍ਰੇਸ਼ਨ ਦੀ ਗੱਲ ਕਰ ਲਓ, ਚਾਹੇ ਚਾਈਲਡ ਕੇਅਰ ਦੀ ਗੱਲ ਕਰ ਲਓ, ਚਾਹੇ এনवायरमेंट ਦੀ ਗੱਲ ਕਰ ਲਓ, ਉਸ ਦੇ ਉੱਤੇ ਜਿਹੜਾ ਹੈ ਪ੍ਰਧਾਨ ਮੰਤਰੀ ਨੇ, ਸਾਡੀ ਗਵਰਨਮੈਂਟ ਨੇ ਜਿਹੜੇ ਬਣਦੇ ਕਦਮ ਆ ਉਹ ਚੁੱਕੇ ਆ। ਤੁਸੀਂ ਇੰਟਰਨੈਸ਼ਨਲ ਟ੍ਰੇਡ ਕਮੇਟੀ ਦੇ ਵੀ ਮੈਂਬਰ ਹੋ। US ਅਮਰੀਕਾ ਸਾਡਾ ਪੜੋਸੀ ਦੇਸ਼ ਹੈ, ਉੱਥੇ ਦੇ ਨਾਲ ਸਾਡੇ ਟ੍ਰੇਡ ਸੰਬੰਧ ਜਿਹੜੇ ਆ ਉਹ ਹੋਰ ਬੈਟਰ ਹੋਣ। ਰੀਸੈਂਟਲੀ ਇੱਕ ਬਹੁਤ ਅੱਛੀ ਖਬਰ ਵੀ ਆਈ ਸੀ। ਕੀ ਕੁਝ ਕੀਤਾ ਗਿਆ 3-3.5 ਸਾਲਾਂ 'ਚ ਪਿੱਛੇ, ਔਰ ਕੀ ਲੱਗ ਰਿਹਾ ਕਿ ਫਿਊਚਰ ਕਿਹੋ ਜਿਹਾ ਹੈ ਸਾਡਾ US ਦੇ ਨਾਲ ਟ੍ਰੇਡ ਦੇ ਮਾਮਲੇ ਦੇ ਵਿੱਚ? ਦੇਖੋ, ਬੜੇ ਮਾਣ ਦੀ ਗੱਲ ਹੈਗੀ, ਮੈਂ ਉਸ ਕਮੇਟੀ ਤੇ ਬਹਿਣਾ, ਔਰ ਜੂਲੀ ਚੇਂਜ ਹੁੰਦੀਆਂ ਰਹਿੰਦੀਆਂ, ਪਰ ਮੈਂ ਉਸੇ ਕਮੇਟੀ ਤੇ ਪਿਛਲੇ 3.5 ਸਾਲ ਤੋਂ ਇੰਟਰਨੈਸ਼ਨਲ ਟ੍ਰੇਡ ਕਮੇਟੀ ਤੇ ਬੈਠਾ। ਤੁਸੀਂ ਅਮਰੀਕਾ ਦੀ ਗੱਲ ਕੀਤੀ, ਅਮਰੀਕਾ ਜਿਹੜਾ ਵਾ ਸਾਡਾ ਇੱਕ ਬਿਗੇਸਟ ਟ੍ਰੇਡ ਪਾਰਟਨਰ ਹੈਗਾ, ਜਿੱਥੇ ਬਿਲੀਅਨਸ ਡਾਲਰ ਦਾ ਟ੍ਰੇਡ ਅਸੀਂ ਬਿਟਵੀਨ ਟੂ ਨੇਸ਼ਨਸ ਜਿਹੜਾ ਵਾ ਉਹ ਹੋ ਰਿਹਾ। ਉਹਦੇ ਵਿੱਚ ਜਿਹੜਾ ਸੀਗਾ, ਲੋਕ ਕਹਿੰਦੇ ਸੀ ਜੀ ਵੀ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਜਿਹੜਾ ਸੀ ਉਹ ਡੀਲ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਮੈਨੂੰ ਪਤਾ ਤੁਹਾਡੇ ਦਰਸ਼ਕ ਵੀ ਬਹੁਤ ਸਾਰੇ ਜਦੋਂ ਪ੍ਰੈਜ਼ੀਡੈਂਟ ਟਰੰਪ ਦਾ ਨਾਮ ਲੈਂਦੇ ਆ ਵੀ ਨਾਟ ਈਜ਼ੀ ਟੂ ਕਹਿੰਦੇ ਹੋਣਗੇ ਵੀ ਡੀਲ ਕਰਨਾ, ਪਰ ਇੱਕ ਚੀਜ਼ ਦੱਸਦਾ ਵੀ ਜਿਹੜਾ ਨੈਫਟਾ ਸੀਗਾ ਉਹਨੂੰ ਨੈਗੋਸ਼ੀਏਟ ਕਰਨਾ ਔਰ ਸਾਈਨ ਕਰਨਾ ਜਿਹੜਾ ਸੀ ਉਹ ਕ੍ਰਿਸਟੀਆ ਫਰੀਲੈਂਡ ਨੇ ਤੇ ਜਸਟਿਨ ਟਰੂਡੋ ਨੇ, ਉਹ ਇੱਕ ਬਹੁਤ ਵਧੀਆ ਜਿਹੜੀ ਲੀਡਰਸ਼ਿਪ ਸੀ। ਦੂਸਰਾ ਇਸ਼ੂ ਸੀਗਾ ਸਟੀਲ ਦਾ ਤੇ ਐਲੂਮੀਨੀਅਮ ਦਾ ਆਇਆ, ਉਹ ਵੀ ਜਿਹੜਾ ਹੁਣੇ ਉਹ ਵੀ ਰਿਜ਼ੋਲਵ ਹੋ ਗਿਆ। ਜਿਹੜੇ ਦੋਨੇ ਬਣਦੇ ਇਸ਼ੂ ਜਿਹੜੇ ਆ ਅਮਰੀਕਾ ਦੇ ਨਾਲ ਤੇ ਜਿਹੜਾ ਮੈਕਸੀਕੋ ਦੇ ਨਾਲ ਟ੍ਰੇਡ ਦਾ ਤੇ ਸਟੀਲ ਐਂਡ, ਉਹ ਬਹੁਤ ਵੱਡਾ ਜਿਹੜਾ ਲੈਂਡਮਾਰਕ ਸਮਝੌਤਾ ਹੋਇਆ, ਜਿਹਦੇ ਵਿੱਚ ਇੱਕ ਮੈਂ ਸੋਚਦਾ ਇਟਸੈਲਫ ਜਿਹੜੀ ਹੈਗੀ ਹੈ, ਮੈਂ ਪ੍ਰਧਾਨ ਮੰਤਰੀ ਉਹਨਾਂ ਨੂੰ, ਜਸਟਿਨ ਟਰੂਡੋ ਨੂੰ ਤੇ ਕ੍ਰਿਸਟੀਆ ਫਰੀਲੈਂਡ ਜਿਹੜੇ ਸਾਡੇ ਫੋਰਨ ਅਫੇਅਰ ਮਿਨਿਸਟਰ, ਉਹਨਾਂ ਨੂੰ ਮੈਂ ਇਸ ਗੱਲ ਦੀ ਦਾਦ ਦਿੰਦਾ ਕਿ ਉਹਨਾਂ ਨੇ ਵਧੀਆ ਲੀਡਰਸ਼ਿਪ ਜਿਹੜੀ ਇੱਥੇ ਦਿਖਾਈ। ਔਰ ਦੂਸਰੀਆਂ ਅਸੀਂ ਕੀਤਾ ਸੀਟਾ, ਜਿੰਨੀਆਂ 28 ਯੂਰਪੀਅਨ ਨੇਸ਼ਨਸ, 28 ਯੂਰਪੀਅਨ ਨੇਸ਼ਨਸ ਆ, ਉਹਨਾਂ ਦੇ ਨਾਲ ਅਸੀਂ ਜਿਹੜਾ ਸੀਗਾ ਉਹ ਐਗਰੀਮੈਂਟ ਸਾਈਨ ਕੀਤਾ। ਔਰ ਉਸ ਤੋਂ ਬਾਅਦ ਅਸੀਂ CPTPP ਹੈਗਾ ਵਾ, ਜਿਹੜੀਆਂ ਹੋਰ 11 ਨੇਸ਼ਨਸ ਆ, ਉਹਨਾਂ ਨਾਲ, ਯੂਕਰੇਨ ਨਾਲ ਸਾਈਨ ਕੀਤਾ, ਇਜ਼ਰਾਈਲ ਨਾਲ। ਜਦੋਂ ਇਹ ਸਾਰੀਆਂ ਦੇਖਦੇ ਹੈਗੇ ਆ, ਕਿਉਂਕਿ ਫ੍ਰੀ ਟ੍ਰੇਡ ਬੜਾ ਜ਼ਰੂਰੀ ਹੈ। ਜਿਹੜੀ ਕੈਨੇਡਾ ਆਲਵੇਜ਼ ਬਿਨ ਇਹ ਫ੍ਰੀ ਟ੍ਰੇਡਿੰਗ ਜਿਹੜੀ ਨੇਸ਼ਨ, ਉਹਦੇ ਵਿੱਚ ਮੈਂ ਐਜ ਏ ਕਮੇਟੀ ਮੈਂਬਰ, ਮੈਨੂੰ ਮੌਕਾ ਮਿਲਿਆ ਅਰਾਊਂਡ ਦੀ ਗਲੋਬ ਦੁਨੀਆ ਦੇ ਵਿੱਚ ਟਰੈਵਲ ਕਰਨ ਦਾ, ਚਾਹੇ ਉਹ US ਦੇ ਵਿੱਚ ਵਾਰ-ਵਾਰ ਜਾਣਾ, ਚਾਹੇ ਉਹ ਹੋਰ ਕੰਟਰੀਆਂ ਦੇ ਵਿੱਚ। ਉੱਥੇ ਜਾ ਕੇ ਜਦੋਂ ਦੇਖਦੇ ਹੈਗੇ ਆ, ਜਦੋਂ ਫ੍ਰੀ ਟ੍ਰੇਡ ਹੋ ਰਹੇ ਨੇ, ਤਾਂ ਉਹਦਾ ਜਿਹੜਾ ਡਾਇਰੈਕਟ ਫਾਇਦਾ ਹੈਗਾ ਉਹ ਸਾਡੇ ਇੱਥੇ ਬਿਜ਼ਨਸ ਨੂੰ, ਕਿਉਂਕਿ ਉਹਨਾਂ ਲਈ ਅਸੀਂ ਇੱਕ ਵੱਡੀ ਮਾਰਕੀਟ ਖੋਲ੍ਹ ਰਹੇ ਹਾਂ। ਔਰ ਤੁਸੀਂ ਯੰਗ ਪੀਪਲ ਦੀ ਗੱਲ ਕੀਤੀ, ਸਾਡੇ ਬੱਚਿਆਂ ਦੀ ਗੱਲ ਕੀਤੀ, ਅਸੀਂ ਉਹਨਾਂ ਦਾ ਜਿਹੜਾ ਭਵਿੱਖ ਆ, ਕਿਉਂਕਿ ਉਹ ਜੇ ਅਸੀਂ ਅਪਰਚੂਨਿਟੀਜ਼ ਖੁੱਲ੍ਹਦੀਆਂ ਨੇ, ਉਹਨਾਂ ਲਈ ਵੀ ਅਪਰਚੂਨਿਟੀ ਜਿਹੜੀਆਂ ਬਣਦੀਆਂ ਨੇ। ਸੋ ਇਹ ਟ੍ਰੇਡ ਐਗਰੀਮੈਂਟਸ ਜਿਹੜੇ ਨੇ, ਉਹਨਾਂ ਨੇ ਕੰਟਰੀ ਦੀ ਜਿੱਥੇ ਇਮੇਜ ਜਾਂ ਕੰਟਰੀ ਦੀ ਸਟੈਂਡਿੰਗ ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਬਣਾਈ, ਉਹਦੇ ਨਾਲ ਸਾਡੇ ਯੰਗ ਪੀਪਲ ਤੇ ਸਮਾਲ ਬਿਜ਼ਨਸ ਦਾ ਬੜਾ ਵੱਡਾ ਫਾਇਦਾ ਕੀਤਾ। US ਦੇ ਨਾਲ ਤੇ ਬਾਕੀ ਕੰਟਰੀਆਂ ਨਾਲ ਆਪਾਂ ਟ੍ਰੇਡ ਦੀ ਗੱਲ ਕੀਤੀ ਹੈ। ਆਨਰੇਬਲ ਜਸਟਿਨ ਟਰੂਡੋ ਤੇ ਹੁਣ ਭਾਰਤ ਦੇ ਦੁਆਰਾ ਫਿਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ, ਉਹਨਾਂ ਦੇ ਆਪਸ ਵਿੱਚ ਸੰਬੰਧ ਕਿਹੋ ਜਿਹੇ ਨੇ, ਤੇ ਇੰਡੀਆ ਦੇ ਨਾਲ ਕੈਨੇਡਾ ਦੇ ਟ੍ਰੇਡ ਦੀ ਕੀ ਸਿਚੁਏਸ਼ਨ ਚੱਲ ਰਹੀ ਹੈ? ਦੇਖੋ, ਜਿੱਥੇ ਤਾਈਂ ਗੱਲ ਹੈ ਪ੍ਰਧਾਨ ਮੰਤਰੀ, ਕਿਉਂਕਿ ਬਾਹਰ ਜੋ ਮਰਜ਼ੀ ਖਬਰਾਂ 'ਚ ਚੱਲਦਾ ਰਹੇ, ਪਰ ਜਦੋਂ ਪ੍ਰਧਾਨ ਮੰਤਰੀ ਗਏ ਨੇ ਹਿੰਦੁਸਤਾਨ, ਉੱਥੇ ਜਿਹੜਾ ਅਸੀਂ ਬਿਲੀਅਨਸ ਡਾਲਰ ਦਾ ਟ੍ਰੇਡ ਆਪਸ ਵਿੱਚ ਜਿਹੜਾ ਬਾਇਲੈਟਰਲ ਟ੍ਰੇਡ ਐਗਰੀਮੈਂਟ ਉਹ ਸਾਈਨ ਕਰਕੇ ਆਏ ਨੇ। ਉਹ ਹਮੇਸ਼ਾ ਜਿਹੜੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਨੇ, ਉਹ ਹਮੇਸ਼ਾ ਕਹਿੰਦੇ ਨੇ ਕਿ ਜਿਹੜਾ ਹੈ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਚਾਈਨਾ ਤੇ ਹਿੰਦੁਸਤਾਨ ਦੋ ਜਿਹੜੀਆਂ ਵਰਲਡ ਪਾਵਰਸ ਹੈਗੀਆਂ, ਵੱਡੀ ਮਾਰਕੀਟ ਹੈ, ਜ਼ਿਆਦਾ ਮਾਰਕੀਟ ਆ, ਅਸੀਂ ਉਹਨਾਂ ਦੇ ਨਾਲ ਜਿਹੜੇ ਨੇ ਵਧੀਆ ਸੰਬੰਧ ਬਣਾਉਣੇ ਆ, ਔਰ ਅਸੀਂ ਜਿਹੜਾ ਵਾ ਆਪਣਾ ਟ੍ਰੇਡ ਆ ਜਿਹੜਾ ਉਹ ਕਰਨਾ ਹੈਗਾ। ਤੇ ਦੂਜੇ ਪਾਸੋਂ ਵੀ ਇਹੀ ਹੈ, ਕਿਉਂਕਿ ਜਦੋਂ ਉਹ ਦੇਖਦੇ ਹੈਗੇ, ਇੱਕ ਡਾਇਸਪੋਰਾ ਦੀ ਗੱਲ ਕਰਦੇ ਹੈਗੇ ਆ, ਕਿ ਹਿੰਦੁਸਤਾਨ ਨੂੰ ਦੇਖਦੇ ਤਾਂ ਹਿੰਦੁਸਤਾਨ ਦਾ ਬਹੁਤ ਵੱਡਾ ਡਾਇਸਪੋਰਾ ਜਿਹੜਾ ਉਹ ਜਿਹੜਾ ਵਾ ਉਹ ਇੱਥੇ ਰਹਿ ਰਿਹਾ, ਤੇ ਇਸੇ ਤਰ੍ਹਾਂ ਚਾਈਨਾ ਦਾ ਬਹੁਤ ਵੱਡਾ ਤੇ ਹਾਂਗਕਾਂਗ ਦਾ ਡਾਇਸਪੋਰਾ ਇੱਥੇ ਹੈਗਾ। ਸੋ ਇਹੀ ਕਾਰਨ ਹੈ ਵੀ ਜਦੋਂ ਅਸੀਂ ਇਹਨਾਂ ਕੰਟਰੀਆਂ ਦੇ ਨਾਲ ਟ੍ਰੇਡ ਕਰਾਂਗੇ, ਤਾਂ ਸਾਡੇ ਜਿਹੜੇ ਕੋਲ ਡਾਇਸਪੋਰਾ, ਸਾਡੇ ਕੋਲ ਜਿਹੜਾ ਕਲਚਰ, ਸਾਡੇ ਕੋਲ ਲੈਂਗੁਏਜ ਸਕਿੱਲ, ਸਾਡੇ ਕੋਲ ਜਿਹੜੀਆਂ ਕੰਟਰੀ ਟੂ ਕੰਟਰੀ, ਬਿਜ਼ਨਸ ਟੂ ਬਿਜ਼ਨਸ ਰਿਲੇਸ਼ਨਸ਼ਿਪਸ ਨੇ, ਉਹ ਸੌਖੇ ਹੈਗੇ ਆ ਬਿਲਡ ਕਰਨੇ। ਤੁਸੀਂ ਰੀਸੈਂਟਲੀ ਜਾਂ ਜਦੋਂ ਇੰਡੀਆ ਕਦੋਂ ਗਏ ਸੀ, ਤੁਹਾਡੇ ਕਿਵੇਂ ਸੰਬੰਧ ਨੇ ਇੰਡੀਆ ਦੇ ਲੀਡਰਸ ਦੇ ਨਾਲ? ਦੇਖੋ, ਮੇਰੇ ਬਿਲਕੁਲ, ਮੈਂ ਹੁਣ ਜਾ ਕੇ ਆਇਆ ਹੁਣੇ ਫਰਵਰੀ ਦੇ ਵਿੱਚ। ਕੋਈ ਵੀ ਚੁਣਿਆ ਹੋਇਆ ਨੁਮਾਇੰਦਾ ਉੱਥੇ ਹੈ, ਕਿਉਂਕਿ ਮੈਂ ਇੱਥੇ ਦੇ ਲੋਕਾਂ ਨੂੰ, ਕੈਨੇਡੀਅਨ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਜੀ। ਕੈਨੇਡੀਅਨ ਲੋਕ ਜਿਹੜੇ ਨੇ ਉਹ ਇੰਡੀਆ ਦੇ ਲਈ NRIs ਨੇ। ਮੈਂ ਹਮੇਸ਼ਾ ਜਿਹੜੀ ਆ ਉਹਨਾਂ ਨਾਲ ਆਵਾਜ਼ ਉਠਾਉਣਾ, ਉਹਨਾਂ ਨਾਲ ਗੱਲ ਕਰਦਾ, ਕਿਉਂਕਿ ਰਾਬਤਾ ਰੱਖਦੇ ਹਾਂ ਟ੍ਰੇਡ ਇੰਟਰਨੈਸ਼ਨਲ ਟ੍ਰੇਡ ਕਮੇਟੀ ਦੇ ਬੈਠਾ, ਕਿਉਂਕਿ ਸਾਨੂੰ ਦੇਖਣਾ ਪੈਂਦਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ, ਜੇ ਅੱਜ ਅਸੀਂ ਸੀਟਾ ਸਾਈਨ ਕੀਤਾ ਯੂਰਪੀਅਨ ਨੇਸ਼ਨ ਦੇ ਨਾਲ, ਅੱਜ ਇਜ਼ਰਾਈਲ ਨਾਲ ਫ੍ਰੀ ਟ੍ਰੇਡ ਸਾਈਨ ਹੋਇਆ, ਯੂਕਰੇਨ ਨਾਲ ਹੋਇਆ, ਪੈਸੀਫਿਕ ਨੇਸ਼ਨ ਜਿਹੜੀਆਂ ਨੇ CPTPP ਜਿਹੜੀ ਆ ਉਹ ਅਸੀਂ 11 ਨੇਸ਼ਨਸ ਨਾਲ ਕੀਤੀ। ਤੇ ਹੁਣ ਜਦੋਂ ਸਾਡੀਆਂ ਦੋ ਅਮਰਜਿੰਗ ਜਿਹੜੀਆਂ ਮੈਗਾ ਪਾਵਰਸ ਹੈਗੀਆਂ, ਜਿੱਥੇ
ਸਾਡੇ ਬੱਚਿਆਂ ਨੂੰ ਔਰ ਸਾਡੀ ਟੈਕਨੋਲੋਜੀ ਨੂੰ ਵੀ ਜਿਹੜਾ ਵਾ ਬੜਾਵਾ ਮਿਲ ਸਕਦਾ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਉੱਥੋਂ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਨਾਲ ਵਧੀਆ ਸਿਖਾਵੇਂ ਸੰਬੰਧ ਬਣਾ ਕੇ ਜਿਹੜੀ ਆ ਉਹ ਪੋਜ਼ਿਟਿਵ ਜਿਹੜੀ ਕੰਸਟਰਕਟਿਵ ਸੋਚ ਨੂੰ ਅੱਗੇ ਲਿਆ ਕੇ ਜਿਹਦੇ ਨਾਲ ਸਾਡੇ ਕੈਨੇਡੀਅਨ ਲੋਕਾਂ ਦਾ ਔਰ ਕੈਨੇਡੀਅਨ ਬਿਜ਼ਨਸ ਦਾ ਫਾਇਦਾ ਹੋਵੇ, ਉੱਥੇ ਮੈਂ ਹਮੇਸ਼ਾ ਜਿਹੜੇ ਰਿਲੇਸ਼ਨਸ਼ਿਪ ਨੇ ਉਹਨੂੰ ਬਿਲਡ ਕਰਨ ਦੀ ਕੋਸ਼ਿਸ਼ ਕਰਦਾ ਔਰ ਉਹਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦਾ। ਜਦੋਂ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਆ ਤੇ ਕਿਹਾ ਜਾਂਦਾ ਕਿ ਸੁਖ ਧਾਲੀਵਾਲ ਕਿਸੇ ਨੂੰ ਜੇ ਵੀਜ਼ੇ ਦੀ ਲੋੜ ਹੈ ਸਭ ਤੋਂ ਪਹਿਲਾਂ ਖੜਾ ਹੋ ਕੇ ਅੱਗੇ ਹੈਲਪ ਕਰਦਾ, ਕੀ ਇਹ ਸੱਚ ਹੈ? ਦੇਖੋ, ਇਹ ਮੇਰਾ ਫਰਜ਼ ਹੈ। ਜੇ ਸੱਚ ਹੈ ਤਾਂ ਫਰਜ਼ ਵੀ ਹੈ ਨਾ, ਕਿਉਂਕਿ ਦੇਖੋ ਇੱਕ ਹੈਗਾ ਪਾਲਿਸੀ ਬਣਾਉਣੀ, ਉਹ ਅਸੀਂ ਲੋਕਾਂ ਨੂੰ ਬੜੀ ਗਲਤ ਫਹਿਮੀ ਹੈ ਵੀ ਜੀ ਇਹ ਉੱਥੇ ਹੀ ਨਹੀਂ ਕੰਮ, ਜਿਹੜਾ ਆਟਵਾ ਦੇ ਵਿੱਚ ਹਰੇਕ MP ਨੂੰ ਆਪਣਾ ਕੰਮ ਕਰਨਾ ਪੈਂਦਾ ਜੀ, ਉੱਥੇ ਵੀ ਮੈਨੂੰ ਪਾਲਿਸੀ ਦੇ ਇਸ਼ੂ 'ਤੇ ਆ ਜਾਵੇ ਤਾਂ ਹਮੇਸ਼ਾ ਜਿਹੜੇ ਨੇ ਪਾਲਿਸੀ ਸਟੇਟਮੈਂਟ ਚਾਹੇ ਜਿਹੜੀਆਂ ਕਮਿਊਨਿਟੀ ਦੇ ਨਾਲ ਸੀ ਉੱਥੇ ਠੋਕ ਵਜਾ ਕੇ ਖੜੇ ਹੋਈਦਾ, ਉੱਥੇ ਉਹ ਕਰੇ। ਪਰ ਜਦੋਂ ਕੰਸਟੀਚੁਐਂਸੀ ਤੇ ਇੱਕ ਇਹ ਵੀ ਜ਼ਰੂਰੀ ਆ, ਮੈਂ ਜਦੋਂ ਆਪਣੇ ਆਪ ਨੂੰ ਇਲੈਕਟ ਹੋਣ ਲਈ ਆਪਦਾ ਨਾਮ ਬੈਲਟ ਤੇ ਪਾਉਣਾ ਤਾਂ ਇੱਕ ਚੀਜ਼ ਇਹ ਜ਼ਰੂਰ ਕਰਦਾ ਕਿ ਬਹੁਤ ਸਾਰੇ ਵਲਨਰੇਬਲ ਲੋਕ ਨੇ ਜਿਹੜੇ MP ਥਾਈਂ ਅਪਰੋਚ ਉਹਨਾਂ ਨੂੰ ਲੋੜ ਆ ਇਮੀਗ੍ਰੇਸ਼ਨ ਦੀ, ਬਿਲਕੁਲ ਠੀਕ ਆ। ਜੇ ਮੇਰੇ ਕੋਲ ਆਉਂਦਾ ਕੋਈ, ਮੈਂ ਆਪਣੇ ਵੱਲੋਂ ਔਰ ਮੇਰਾ ਸਟਾਫ ਪੂਰੀ ਬਾਹ ਲਾਉਂਦਾ ਕਿ ਅਸੀਂ ਉਹਨਾਂ ਦੀ ਹੈਲਪ ਕਰੀਏ। ਪਰ ਕੋਈ ਦੂਸਰੀ ਕਨਸਟੀਚੁਐਂਸੀ ਦਾ ਆ ਜਾਏ ਉਹਦੀ ਵੀ ਹੈਲਪ ਕਰਦੇ? ਬਿਲਕੁਲ ਨਹੀਂ, ਬਿਲਕੁਲ ਮੈਂ ਜਿਹੜਾ ਉਹਦੀ ਹੈਲਪ ਕਰਦਾ ਔਰ ਬਿਲਕੁਲ ਨਹੀਂ ਦੇਖਦਾ ਕਿ ਕੋਈ ਦੂਸਰੀ ਕਿੱਥੋਂ ਚੱਲ ਕੇ ਆ ਗਿਆ, ਅਸੀਂ ਇਹ ਨਹੀਂ ਕੁਐਸਚਨ ਪੁੱਛਦੇ ਜੀ ਉਹਨਾਂ ਨੇ ਮੇਰੀ ਸਪੋਰਟ ਕੀਤੀ ਜਾਂ ਨਹੀਂ ਕੀਤੀ, ਇਹ ਨਹੀਂ ਦੇਖਦੇ। ਕੋਈ ਕੰਸਟੀਚੁਐਂਸੀ ਦੇ ਵਿੱਚ ਚੱਲ ਕੇ ਆਵੇ, ਮੈਂ ਦਾਅਵੇ ਨਾਲ ਕਹਿ ਸਕਦਾ ਔਰ ਤੁਹਾਡੇ ਦਰਸ਼ਕ ਬਹੁਤ ਸਾਰੇ ਹੋਣਗੇ ਵਿਨੈ ਜੀ ਜਿਹੜੇ ਇਸ ਗੱਲ ਦੇ ਗਵਾਹ ਹੋਣਗੇ ਕਿ ਅਸੀਂ ਮੱਥੇ ਵੱਟ ਨਹੀਂ ਪਾਉਂਦੇ। ਇਨਫੈਕਟ ਹਰ ਇੱਕ ਦੀ ਮਦਦ ਜਿਹੜੀ ਕਰਦੇ ਔਰ ਮੇਰਾ ਫੋਨ ਨੰਬਰ ਇੱਕੋ ਹੀ ਆ। ਇਹ ਨਹੀਂ ਵੀ ਮੈਂ ਆਪਣਾ ਟੈਲੀਫੋਨ ਅੱਜ ਤੁਹਾਨੂੰ ਕੁਛ ਹੋਰ ਦੇ ਦਿੱਤਾ, ਆਪਣੀ ਫੈਮਿਲੀ ਨੂੰ ਕੁਛ ਹੋਰ ਦੇ ਦਿੱਤਾ, ਠੀਕ ਹੈ ਨਾ, ਤੇ ਤੁਹਾਡੇ ਦਰਸ਼ਕਾਂ ਨੂੰ ਕੁਛ ਹੋਰ ਦੇ ਦਿੱਤਾ, ਨਹੀਂ, ਸਾਰਿਆਂ ਕੋਲ ਇੱਕੋ ਹੀ ਟੈਲੀਫੋਨ ਨੰਬਰ ਹੈ ਔਰ ਲੋਕਾਂ ਦੀ ਅਪਰੋਚ ਰੱਖੀ ਆ। ਕਈ ਲੋਕ ਕ੍ਰਿਟਿਕ ਆ ਜਿਹੜੇ ਉਹ ਬੜੀਆਂ ਗੱਲਾਂ ਕਰਨਗੇ ਜੀ, ਇਹ ਮੰਗਣਿਆਂ ਤੇ ਚਲੇ ਜਾਂਦੇ ਜੀ, ਭੋਗਾਂ ਤੇ ਚਲੇ ਜਾਂਦੇ ਜੀ, ਇਹ ਮੰਦਿਰਾਂ 'ਚ ਚਲੇ ਜਾਂਦੇ ਜੀ, ਇਹ ਗੁਰਦੁਆਰਿਆਂ 'ਚ ਚਲੇ ਜਾਂਦੇ। ਇਨਫੈਕਟ ਜੀ ਉੱਥੇ ਜਾਣਾ ਉਹ ਸਾਡਾ ਕੰਮ ਆ, ਡੈਫੀਨਿਟਲੀ ਸਾਡੀ ਡਿਊਟੀ ਆ, ਕਮਿਊਨਿਟੀ ਹੈ ਨਾ। ਕਿਉਂਕਿ ਅਸੀਂ ਜਦੋਂ ਜਾ ਕੇ ਉਹਨਾਂ ਨੂੰ ਮਿਲਦੇ ਆ ਇਹਨਾਂ ਫੰਕਸ਼ਨ ਤੇ ਬਹੁਤ ਸਾਰੇ ਲੋਕ ਜਿਹੜੇ ਸਾਡੇ MP ਆਫਿਸ 'ਚ ਆ ਨਹੀਂ ਸਕਦੇ ਜਾਂ ਉਹਨਾਂ ਨੂੰ ਔਖਾ ਹੁੰਦਾ, ਟਾਈਮ ਐਕਸੈਸੀਬਲ ਨਹੀਂ, ਉੱਥੇ ਐਕਸੈਸੀਬਲ ਹੈ, ਉਹ ਸਾਡੇ ਨਾਲ ਗੱਲ ਕਰ ਲੈਂਦੇ ਨੇ। ਸੋ ਇਸ ਕਰਕੇ ਜਿੱਥੇ ਤਾਈਂ ਐਕਸੈਸੀਬਿਲਿਟੀ ਦੀ ਆਉਂਦੀ ਮੇਰੀ ਗੱਲ ਜਾਂ ਹੈਲਪ ਕਰਨ ਦੀ ਗੱਲ ਆਉਂਦੀ ਆ, ਉਹ 'ਚ ਮੈਨੂੰ ਪੂਰਾ ਮਾਣ ਆ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਵੀ ਮੈਨੂੰ ਉਸ ਗੱਲ ਤੇ ਚੈਲੰਜ ਨਹੀਂ ਕਰ ਸਕਦਾ ਔਰ ਉਸ ਗੱਲ ਤੇ ਕੋਈ ਵੀ ਜਿਹੜਾ ਵਾ ਉਹ ਮੈਨੂੰ ਨੀਵਾਂ ਦਿਖਾ ਸਕਦਾ। ਨਹੀਂ, ਮੈਂ ਵੀ ਇਹ ਕਹਿ ਸਕਦਾ ਗੱਲ ਜੋ ਸਾਨੂੰ ਵੀ ਸੁਣਨੀ ਚਾਹੀਏ ਕਿ ਤੁਸੀਂ ਕਮਿਊਨੀਕੇਸ਼ਨ ਦੇ ਵਿੱਚ ਔਰ ਅਸੈਸਿਬਿਲਿਟੀ ਦੇ ਵਿੱਚ ਲੋਕੀ ਤੁਹਾਨੂੰ ਐਕਸੈਸ ਕਰਨਾ ਬਹੁਤ ਈਜ਼ੀ ਹੈ। ਫੋਨ ਕਾਲਸ ਲੋਕ ਤੁਹਾਨੂੰ ਕਰਦੇ ਹੋ, ਰਿਟਰਨ ਜ਼ਰੂਰ ਤੁਸੀਂ ਕਰਦੇ ਆ ਔਰ ਤੁਸੀਂ ਮੈਨੂੰ ਲੱਗਦਾ ਵੀ ਕੈਨੇਡਾ 'ਚੋਂ ਨੰਬਰ 1 ਹੋਵੋਗੇ ਜਿਹੜੇ ਆਪਣੇ ਕਨਸਟੀਚੁਐਂਸ ਤੇ ਬਾਕੀਆਂ ਨਾਲ ਗੱਲ ਜਲਦੀ ਕਰਦੇ ਹੋ, ਜਲਦੀ ਮਿਲਦੇ ਹੋ। ਦੇਖੋ ਉਹ ਮੈਂ ਨਹੀਂ, ਉਹ ਤਾਂ ਤੁਹਾਡੇ ਦਰਸ਼ਕ ਜਿਹੜੇ ਨੇ ਇਹ ਫੈਸਲਾ ਕਰ ਸਕਦੇ, ਕਨਸਟੀਚੁਐਂਸ ਕਰ ਸਕਦੇ ਵੀ ਮੈਂ ਪਹਿਲੇ ਨੰਬਰ ਤੇ ਉਹ ਹੈ ਕਿ ਨਹੀਂ। ਪਰ ਮੈਂ ਇੱਕ ਚੀਜ਼ ਦੱਸ ਸਕਦਾ ਵੀ ਕਿਹੜੀ ਗੱਲ ਤੇ ਅਸੀਂ ਪਹਿਲੇ ਨੰਬਰ ਤੇ ਹਾਂ। ਸਾਨੂੰ ਇਹ ਮੰਤਰੀ ਕਹਿੰਦੇ ਨੇ ਇਮੀਗ੍ਰੇਸ਼ਨ ਦੇ ਵੀ ਜੇ ਸਾਰੇ MP ਅਸੀਂ ਇਕੱਠੇ ਕਰ ਲਈਏ, ਜਿੰਨਾ ਵਰਕਲੋਡ ਉਹਨਾਂ ਦਾ ਵਾ ਨਾ ਸਾਰਿਆਂ ਦਾ ਰਲ ਕੇ, ਉਹਨਾਂ ਕੱਲਾ ਸੁਖ ਧਾਲੀਵਾਲ ਦੇ ਸਰੀ ਨਿਊਟਨ ਹੈ ਕਨਸਟੀਚੁਐਂਸੀ ਦਾ। ਸੋ ਹੁਣ ਇਹ ਦੇਖ ਲਓ ਵੀ ਮੇਰਾ ਸਟਾਫ ਕਿੰਨਾ ਕੇਪੇਬਲ ਆ ਔਰ ਕਿੰਨੀ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ ਔਰ ਮੈਂ ਜਿਹੜਾ ਉਹਨਾਂ ਦੀ ਜਿਹੜੀ ਆ ਉਹ ਕਿੰਨੀ ਹੈਲਪ ਕਰਦਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਤੁਸੀਂ ਇਮੀਗ੍ਰੇਸ਼ਨ ਮੰਤਰੀ ਨੂੰ ਪੁੱਛੋਗੇ, ਉਹ ਬਿਲਕੁਲ ਇਹ ਕਹਿਣਗੇ ਵੀ ਸਾਰੇ MPs ਇਕੱਠੇ ਕਰ ਲਈਏ BC ਦੇ, ਉਹਨਾਂ ਵਰਕਲੋਡ ਸਾਰਿਆਂ ਦਾ ਨਹੀਂ ਜਿੰਨਾ ਇਸ ਆਪਣੇ ਸਰੀ ਨਿਊਟਨ ਵਾਲੇ ਆਫਿਸ ਦਾ ਹੈਗਾ। ਆਪਾਂ ਹੁਣ ਵਾਪਸ ਆਉਂਦੇ ਆ ਸਰੀ ਨਿਊਟਨ ਦੇ ਵਿੱਚ। ਫੇਰ ਸਰੀ ਨਿਊਟਨ ਦੀ ਕਨਸਟੀਚੁਐਂਸੀ ਜਿਹੜੀ ਆ, ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਏਰੀਆਜ਼ ਵੀ ਨੇ ਜਿੱਥੇ ਡਰੱਗ ਦਾ, ਗੈਂਗ ਦਾ, ਵਾਇਲੈਂਸ ਵੀ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਦਾ ਪ੍ਰਸਾਰ ਚੱਲਦਾ ਰਹਿੰਦਾ। ਲੋਕ ਬੜੇ ਵਰੀਡ ਰਹਿੰਦੇ ਨੇ ਜਦੋਂ ਨਿਊਟਨ ਦਾ ਨਾਂ ਆਉਂਦਾ ਕਿ ਨਿਊਟਨ ਦੇ ਵਿੱਚ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ ਹੈ। ਔਰ ਸਰੀ ਜਿਹੜਾ ਇਟਸੈਲਫ ਹੈ, ਇੱਥੇ ਗੈਂਗਸ ਬੜੀਆਂ ਵੱਧ ਚੁੱਕੀਆਂ ਨੇ, ਕਤਲ ਹੁੰਦੇ ਰਹਿੰਦੇ ਨੇ, ਸਪੈਸ਼ਲੀ ਪੰਜਾਬੀ ਮੁੰਡੇ ਜਿਹੜੇ ਆ ਉਹ ਬੜੇ ਮਰ ਰਹੇ ਨੇ। ਉਹਦੇ ਬਾਰੇ ਤੁਸੀਂ ਸਿਟੀ ਨਾਲ ਰਲ ਕੇ ਜਾਂ ਪੁਲਿਸ ਨਾਲ ਰਲ ਕੇ ਕੋਈ ਚੱਲ ਰਹੀ ਹੈ ਗੱਲਬਾਤ? ਦੇਖੋ ਵਿਨੇਸ਼, ਤੁਸੀਂ ਬਿਲਕੁਲ ਗਲਤ ਹੈ। ਤੁਸੀਂ ਵੀ ਪੇਰੈਂਟ ਹੋ ਬੱਚਿਆਂ ਦੇ, ਤੇ ਮੈਂ ਵੀ 15 ਸਾਲ ਦਾ ਮੇਰਾ ਬੱਚਾ, ਮੈਂ ਵੀ ਉਹਦਾ ਪੇਰੈਂਟ ਹੈਗਾ। ਸੋ ਮੈਂ ਐਜ਼ ਏ ਪੇਰੈਂਟ ਹਮੇਸ਼ਾ ਜਿਹੜਾ ਵਾ ਕੰਸਰਨਡ ਆ, ਵਰੀਡ ਰਹਿਣਾ ਜੀ। ਔਰ ਹਰ ਇੱਕ ਪੇਰੈਂਟ ਜਿਹੜਾ ਵਾ ਉਹ ਇਸ ਚੀਜ਼ ਨੂੰ ਫੀਲ ਕਰਦਾ। ਤੁਸੀਂ ਜਿਸ ਤਰ੍ਹਾਂ ਫੀਲ ਕਰਦੇ ਹੋ ਇਹ ਬਿਲਕੁਲ ਐਗਜ਼ੈਕਟਲੀ ਇਸ ਤਰੀਕੇ ਨਾਲ ਪੇਰੈਂਟਸ ਫੀਲ ਕਰਦੇ। ਅਸੀਂ ਐਜ਼ ਇਲੈਕਟਡ ਰਿਪਰੈਜ਼ੈਂਟੇਟਿਵ ਜਿਹੜੇ ਆ ਉਹ ਰਿਸੋਰਸਿਸ ਪ੍ਰੋਵਾਈਡ ਕਰ ਸਕਦੇ ਹਾਂ ਜੀ, ਠੀਕ ਹੈ ਨਾ। ਉਹਦੇ ਵਿੱਚ ਜਦੋਂ ਰਿਸੋਰਸਿਸ ਦੀ ਗੱਲ ਆਉਂਦੀ ਹੈਗੀ ਆ, ਅਸੀਂ $100 ਮਿਲੀਅਨ ਕਮਿਟ ਕੀਤਾ ਸੀ ਐਵਰੀ ਈਅਰ। ਅਸੀਂ ਜਿਹੜਾ ਵਾ ਸਸਟੇਨੇਬਲ ਜਿਹੜੀ ਆ ਉਹ ਫੰਡਿੰਗ ਦੇਵਾਂਗੇ ਜਿਹੜੀ ਗੈਂਗਸ ਐਂਡ ਗਨਸ ਦੇ ਨਾਲ ਡੀਲ ਕਰੂ। ਉਹਦੇ ਵਿੱਚੋਂ ਅਸੀਂ $30 ਮਿਲੀਅਨ ਆਲਰੇਡੀ ਪ੍ਰੋਵਿੰਸ ਨੂੰ ਦੇ ਚੁੱਕੇ ਹਾਂ, ਠੀਕ ਹੈ ਨਾ, BC ਗਵਰਨਮੈਂਟ ਨੂੰ। ਕਿਉਂਕਿ ਅਸੀਂ ਜਿਹੜਾ ਵਾ ਅਸੀਂ ਦੂਰ ਰਹਿਣਾ ਚਾਹੁੰਦੇ ਹਾਂ ਵੀ ਉਹ ਪੈਸਾ ਕਿੱਦਾਂ ਇਨਵੈਸਟ ਹੁੰਦਾ, ਉਹ ਅਸੀਂ ਛੱਡ ਦਿੱਤਾ ਪ੍ਰੋਵਿੰਸ ਤੇ ਲੋਕਲ ਗਵਰਨਮੈਂਟ ਤੇ।
ਵੀ ਉਹ ਕਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਇਸ ਚੀਜ਼ ਨਾਲ ਡੀਲ ਕਰ ਸਕਦੀਆਂ ਉਹਨਾਂ ਨੂੰ ਉਹ ਫੰਡਿੰਗ ਦੇਵੇ। ਉਹ 30 ਮਿਲੀਅਨ ਦੇ ਦਿੱਤੇ ਆਲਰੇਡੀ, ਉਹਦੇ ਵਿੱਚੋਂ ਮੇਰੇ ਖਿਆਲ $6 ਮਿਲੀਅਨ ਦੀ ਉਹਨਾਂ ਨੂੰ ਰਿਕੁਐਸਟ ਗਈ ਹੈ। ਪ੍ਰਿੰਸ ਗਵਰਨਮੈਂਟ ਨੂੰ 6.5 ਮਿਲੀਅਨ ਉਹਨਾਂ ਨੇ ਦੇਤੇ। ਉਸ ਤੋਂ ਬਿਨਾਂ ਅਸੀਂ ਸਿਟੀ ਨੇ ਸਾਤੋਂ ਜਿਹੜੇ ਸੀਗੀ ਉਹ ਹੋਰ ਮੰਗ ਕੀਤੀ ਸੀ, ਉਹ ਅਸੀਂ $7.5 ਮਿਲੀਅਨ ਜਿਹੜੇ ਆ ਉਹ ਅਸੀਂ ਸਿਟੀ ਆਫ ਸਰੀ ਨੂੰ ਉਹ ਦਿੱਤੇ, ਤਾਂ ਕਿ ਉਹ ਸਿਟੀ ਆਫ ਸਰੀ ਜਿਹੜੀ ਹੈ ਉਹ ਜਿੱਥੇ ਬਣਦੀਆਂ ਜਿਹੜੀਆਂ ਆਰਗੇਨਾਈਜੇਸ਼ਨ 'ਚ ਇਹ ਪੋਜ਼ਿਟਿਵ ਰੋਲ ਅਦਾ ਕਰ ਸਕਦੀਆਂ ਤਾਂ ਕਿ ਬੱਚੇ ਸਾਡੇ ਗਨਜ਼ ਐਂਡ ਗੈਂਗਸ ਤੋਂ ਪਰੇ ਰਹਿ ਸਕਣ, ਉਹ ਅਸੀਂ ਉਹਨਾਂ ਨੂੰ ਫੰਡਿੰਗ ਦਿੱਤੀ। ਫਿਰ ਇਹ ਵੀ ਸੀਗਾ ਵੀ ਜਿਹੜੀਆਂ ਗਨਜ਼ ਐਂਡ ਜਿਹੜਾ ਡਰੱਗ ਹੈਗਾ ਵਾ ਫਲੋ ਹੁੰਦਾ ਵਾ, ਬਾਰਡਰ ਹੋਈ, ਸਾਡੀਆਂ ਪੋਰਟਸ ਹੋਈਆਂ, ਉਹ 'ਤੇ ਥੰਮ ਪਾਉਣ ਲਈ ਅਸੀਂ CBSA ਨੂੰ ਔਰ RCMP ਨੂੰ $86 ਮਿਲੀਅਨ ਦੇ ਕਰੀਬ ਅਸੀਂ ਜਿਹੜੀ ਉਹ ਫੰਡਿੰਗ ਦਿੱਤੀ ਹੈ, ਤਾਂ ਕਿ ਉਹ ਜਿਹੜੀ ਆ ਉਹਨੂੰ ਰੋਕਥਾਮ ਜਿਹੜੀ ਆ ਉਹ ਪਾਈ ਜਾ ਸਕੇ। ਉਹਦੇ ਨਾਲ ਨਾਲ ਹੈਗਾ ਐਜੂਕੇਸ਼ਨ ਬੜੀ ਜ਼ਰੂਰੀ ਹੈ। ਦੇਖੋ ਵਿਨੇ ਜੀ, ਆਪਾਂ ਨੂੰ ਮੰਨਣਾ ਪਊ ਲਾਅ ਹੈਗੇ ਨੇ, ਜਿੱਥੇ ਲਾਅ ਚੇਂਜ ਕਰਨ ਦੀ ਗੱਲ ਆਈ ਉੱਥੇ ਚਾਹੇ ਕਿੱਦਾਂ ਸਖਤੀ ਨਾਲ ਨਜਿੱਠਣਾ, ਵੀ ਸਖਤ ਕਾਨੂੰਨ ਬਣਾਉਣੇ ਤਾਂ ਕਿ ਫਾਇਰ ਆਰਮਸ ਨਾਲ ਲੈ ਸਕਣ, ਉਹ ਬਣਾਏ, ਪਰ ਇਵੈਂਚੁਅਲੀ ਨਿਬੜਨਾ ਇੱਥੇ ਹੀ ਹੈ। ਵਿਨੇ ਜੀ, ਮੈਂ ਇਸ ਕਮਿਊਨਿਟੀ 'ਚ ਰਹਿਣਾ ਜੀ, ਇੱਥੇ ਹੀ ਮੇਰੇ ਬੱਚੇ ਵੱਡੇ ਹੋਏ ਆ, ਇੱਥੇ ਮੇਰੇ ਪੇਰੈਂਟਸ ਬਜ਼ੁਰਗ ਹੋਏ ਆ, ਇੱਥੇ ਹੀ ਮੇਰਾ ਸਮਾਲ ਬਿਜ਼ਨਸ ਇਸੇ ਰਾਈਡਿੰਗ ਦੇ ਵਿੱਚ ਹੈ ਬਹੁਤ ਦੇਰ ਤੋਂ ਜੀ, ਤੇ ਇੱਥੇ ਮੈਂ ਰਹਿਣਾ। ਅਸੀਂ ਪਹਿਲੀ ਗੱਲ ਤਾਂ ਮੈਂ ਐਜ਼ ਏ ਪੇਰੈਂਟ, ਮੇਰਾ ਆਪਣਾ ਬੱਚਾ, ਦੂਜੀ ਗੱਲ ਤੇ ਐਜ਼ ਏ ਕਮਿਊਨਿਟੀ, ਕਿਉਂਕਿ ਮੈਂ ਕਮਿਊਨਿਟੀ 'ਚ ਵੀ ਹਾਂ, ਤੀਜਾ ਸਾਨੂੰ ਐਜ਼ ਕਮਿਊਨਿਟੀ ਆਰਗੇਨਾਈਜੇਸ਼ਨ, ਤੁਸੀਂ ਮੰਦਿਰ ਦੇ ਵਿੱਚ ਇਨਵੋਲਵ ਹੋ, ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬ ਨੇ, ਮਸਜਿਦ ਨੇ, ਚਰਚਜ਼ ਨੇ, ਇਨਵੋਲਵਡ ਨੇ ਜਿਹੜੀਆਂ ਆਰਗੇਨਾਈਜੇਸ਼ਨ, ਉਹਨਾਂ ਨੂੰ ਇਕੱਠੇ ਹੋ ਕੇ ਬਾਕੀ ਹੋਰ ਜਿਹੜੀਆਂ ਸਭਾ ਸੁਸਾਇਟੀਆਂ ਇਸ ਪਾਸੇ ਕੰਮ ਕਰਦੀਆਂ, ਚਾਹੇ ਉਹ ਸਪੋਰਟਸ ਆਰਗੇਨਾਈਜੇਸ਼ਨ ਜਾਂ ਚਾਹੇ ਉਹ ਵੇਕ ਅਪ ਸਰੀ ਅੱਗੇ ਜਿਹੜੇ ਸੀ ਐਕਟਿਵਿਸਟ ਆਏ, ਗਰੁੱਪ ਆਏ, ਉਹ ਆਏ, ਸਾਨੂੰ ਕੀ ਕਰਨਾ ਪਊਗਾ, ਸਾਨੂੰ ਰਲ ਕੇ ਜਿਹੜਾ ਕੰਮ ਕਰਨਾ ਪਊਗਾ ਐਜ਼ ਪੇਰੈਂਟਸ, ਐਜ਼ ਕਮਿਊਨਿਟੀ ਆਰਗੇਨਾਈਜੇਸ਼ਨ ਤੇ ਐਜ਼ ਇਲੈਕਟਡ ਰਿਪਰੈਜ਼ੈਂਟੇਟਿਵ, ਵੀ ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਵਾ ਉਹ ਪੋਜ਼ਿਟਿਵ ਰੋਲ ਅਦਾ ਕਰ ਸਕਦੇ ਤਾਂ ਕਿ ਬੱਚੇ ਸਾਡੇ ਇੱਧਰ ਨੂੰ ਨਾ ਜਾਣ। ਕੋਈ ਵੀ ਬੱਚਾ ਨਹੀਂ ਚਾਹੁੰਦਾ, ਕੋਈ ਵੀ ਪੋਲੀਟੀਸ਼ੀਅਨ ਨਹੀਂ ਚਾਹੁੰਦਾ, ਡਜ਼ਨਟ ਮੈਟਰ ਉਹਦੀ ਕਿਹੜੀ ਪਾਰਟੀ ਹੈ, ਤੇ ਕੋਈ ਨਹੀਂ ਜਿਹੜੀ ਕਮਿਊਨਿਟੀ ਆਰਗੇਨਾਈਜੇਸ਼ਨ ਚਾਹੁੰਦੀ ਕਿ ਸਾਡੇ ਬੱਚੇ ਗਲਤ ਪਾਸੇ ਜਾਣ। ਸੋ ਜੇ ਇਹ ਸਾਰਿਆਂ ਦੀ ਸੋਚ ਇਹ ਆ ਤਾਂ ਫਿਰ ਕਿਉਂ ਨਾ ਅਸੀਂ ਪੋਜ਼ਿਟਿਵ ਜਿਹੜਾ ਵਾ ਡਿਫਰੈਂਸ ਮੇਕ ਜੀ। ਸਰੀ ਦੇ ਵਿੱਚ ਇਹ ਬੜੀ ਆਵਾਜ਼ ਉੱਠ ਰਹੀ ਹੈ ਕਿ RCMP ਨੂੰ ਚੇਂਜ ਕਰਕੇ ਸਰੀ ਪੁਲਿਸ ਲਿਆਂਦੀ ਜਾਵੇ, ਤੁਹਾਡਾ ਕੀ ਵਿਚਾਰ ਇਹਦੇ ਬਾਰੇ? ਦੇਖੋ, ਮੇਰੇ ਕੋਲ ਇਹ ਬਹੁਤ ਸਾਰੇ ਲੋਕ ਜਿਹੜੇ ਸੀ ਮੇਰੇ ਕੋਲ ਆਏ ਪਿਛਲੇ ਪ੍ਰੋਵਿੰਸ਼ੀਅਲ ਲੋਕਲ ਇਲੈਕਸ਼ਨ ਤੋਂ, ਮਿਊਨਿਸਪਲ ਇਲੈਕਸ਼ਨ ਤੋਂ ਪਹਿਲਾਂ, ਉਹ ਵੀ ਮੈਨੂੰ ਇਹ ਕਹਿੰਦੇ ਸੀ ਵੀ ਜਿਹੜੀ ਜੀ RCMP ਦੀ ਥਾਂ 'ਤੇ ਸਾਨੂੰ ਲੋਕਲ ਪੁਲਿਸ ਜਿਹੜੀ ਵੱਡੀ ਹੋ ਗਈ, ਹੁਣ ਸਿਟੀ ਜਿਹੜੀ ਆ ਇਹ ਆਪਦੀ ਪੁਲਿਸ ਫੋਰਸ ਜਿਹੜੀ ਆ ਉਹ ਡਿਜ਼ਰਵ ਕਰਦੀ ਹੈਗੀ ਆ। ਸੋ ਮੇਅਰ ਮੈਕਲਮ ਤਾਂ ਬਾਅਦ 'ਚ ਆਏ ਇਸ ਪਿਕਚਰ 'ਚ, ਉਹਨਾਂ ਨੇ ਆ ਕੇ ਬਾਅਦ 'ਚ ਜਿਹੜਾ ਇਹ ਫੈਸਲਾ ਲਿਆ, ਪਰ ਸਾਰਿਆਂ ਨਾਲੋਂ ਪਹਿਲਾਂ ਜੂਨ ਦੇ ਵਿੱਚ ਮੈਂ ਚਿੱਠੀ ਲਿਖੀ ਸੀ। ਉਸ ਵੇਲੇ ਮੇਅਰ ਲਿੰਡਾ ਹੈਪਨਰ ਸੀਗੇ ਜੀ, ਤੇ ਫਾਰਨਵਰਥ ਜਿਹੜੇ ਸੀਗੇ ਮਿਨਿਸਟਰ ਇੱਥੇ ਹੋਏ ਸੋਲਿਸਿਟਰ ਜਨਰਲ, ਤੇ ਉੱਪਰ ਜਿਹੜੇ ਸੀ ਮਿਨਿਸਟਰ ਰਾਫ ਗਡੇਲ ਸੀਗੇ। ਮੈਂ ਤਿੰਨਾਂ ਨੂੰ ਚਿੱਠੀ ਲਿਖੀ, ਤਿੰਨੇ ਆਰਡਰਸ ਆਫ ਗਵਰਨਮੈਂਟ ਨੂੰ, ਵੀ ਤੁਸੀਂ ਜਿਹੜੇ ਰਲ ਕੇ ਬੈਠੋ, ਇੱਕ ਸਿਸਟਮ ਲੈ ਕੇ ਆਓ ਤੇ ਮੈਨੂੰ ਦੱਸੋ ਵੀ ਅਸੀਂ ਕਿਸ ਤਰੀਕੇ ਦੇ ਨਾਲ ਹੈਲਪ ਕਰ ਸਕਦੇ ਹਾਂ ਤਾਂ ਕਿ ਜਿਹੜੀ ਲੋਕਲ ਪੁਲਿਸਿੰਗ ਜਿਹੜੀ ਆ ਉਹ ਲਿਆਂਦੀ ਜਾ ਸਕੇ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਜਿਹੜੇ ਡਗ ਮੈਕਲਮ ਸੀ, ਉਹਨਾਂ ਨੇ ਉਹੀ ਵਿਜ਼ਨ ਜਿਹੜੀ ਸੀ ਮੇਰੀ ਉਹ ਚੱਕ ਕੇ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਹੁਣ ਹੈਗੀ ਆ ਉਹ ਲੋਕਲ ਪੁਲਿਸ ਜਿਹੜੀ ਆ ਉਹ ਲੈ ਕੇ ਆਉਣੀ ਆ। ਤੇ ਬਿਲਕੁਲ, ਕਿਉਂਕਿ ਕਮਿਊਨਿਟੀ ਮੇਰੇ ਤੋਂ ਮੰਗ ਕਰਦੀ ਸੀ, ਮੈਂ ਉਹਦੀ ਉਦੋਂ ਸਪੋਰਟ ਕੀਤੀ ਪਿਛਲੇ ਜੂਨ 'ਚ, ਤੇ ਅੱਜ ਵੀ ਜੇ ਮੈਨੂੰ ਡਗ ਮੈਕਲਮ ਕਹਿੰਦੇ ਨੇ ਐਜ਼ ਮੇਅਰ ਐਂਡ ਕਾਉਂਸਲ ਉਹਨਾਂ ਦੀ ਕੋਈ ਹੈਲਪ ਦੀ ਲੋੜ ਆ, ਮੈਂ ਉਹਨਾਂ ਨੂੰ ਆਪਣੀ ਪੂਰੀ ਸਪੋਰਟ ਜਿਹੜੀ ਆ ਉਹ ਜਤਾਈ ਹੋਈ ਆ। ਔਰ ਫੈਡਰਲ ਗਵਰਨਮੈਂਟ ਦੇ ਨਾਲ ਵੀ ਮੇਰੀ ਮਿਨਿਸਟਰ ਰਾਫ ਗਡੇਲ ਉਹਨਾਂ ਨਾਲ ਵੀ ਗੱਲ ਹੋਈ ਆ, ਉਹ ਵੀ ਜਿਹੜੇ ਨੇ ਪੂਰੇ ਇਸ ਗੱਲ 'ਤੇ ਦ੍ਰਿੜ ਇਰਾਦੇ ਨਾਲ ਖੜੇ ਨੇ ਵੀ ਜੋ ਤੁਹਾਨੂੰ ਸਪੋਰਟ ਦੀ ਲੋੜ ਹੋਈ ਇੱਥੇ ਲੋਕਲੀ, ਫੈਡਰਲ ਗਵਰਨਮੈਂਟ ਸਪੋਰਟ ਕਰਨ ਲਈ ਪੂਰੀ ਤਿਆਰ ਹੈ। ਅਕਤੂਬਰ ਦਾ ਮਹੀਨਾ ਆਉਣ ਵਾਲਾ, ਇਲੈਕਸ਼ਨ ਫਿਰ ਆਉਣ ਵਾਲੀਆਂ, 4 ਸਾਲ ਪੂਰੇ ਹੋ ਜਾਣੇ ਆ, ਤੁਸੀਂ ਰਨ ਕਰ ਰਹੇ ਹੋ, ਤਿਆਰ ਹੋ ਪੂਰੀ ਤਰ੍ਹਾਂ? ਦੇਖੋ, ਨੈਚੁਰਲੀ ਜਿਹੜਾ ਵਾ ਮੈਂ ਆਪਣਾ ਨਾਂ ਜਿਹੜਾ ਹੈਗਾ ਉਹ ਪਾਰਟੀ ਨੂੰ ਦੇ ਦਿੱਤਾ। ਪਾਰਟੀ ਨੇ ਮੈਨੂੰ ਜਿਹੜਾ ਵਾ ਇੱਥੇ ਸਰੀ ਨਿਊਟਨ ਦੇ ਵਿੱਚ ਨੋਮੀਨੇਟ ਕਰ ਦਿੱਤਾ ਹੈਗਾ, ਤੇ ਜਿਹੜੀ ਆ ਉਸ ਲਈ ਤਿਆਰੀ ਤਾਂ ਇੱਕੋ ਹੀ ਆ, ਕਿਉਂਕਿ ਮੇਰਾ ਕੰਮ ਹੈਗਾ ਆਪਦੇ ਵੱਲੋਂ ਦਿਆਨਤਦਾਰੀ ਦੇ ਨਾਲ। ਮੈਂ ਪਿਛਲੇ ਜਿੰਨੀਆਂ ਟਰਮਸ ਨੇ, ਚਾਹੇ ਮੈਂ MP ਸੀਗਾ ਚਾਹੇ MP ਨਹੀਂ ਸੀਗਾ, ਮੈਂ ਇਸ ਕਮਿਊਨਿਟੀ 'ਚ ਰਹਿ ਕੇ ਸੇਵਾ ਕੀਤੀ ਆ। ਇੱਥੇ ਦੀ ਕਮਿਊਨਿਟੀ ਦੇ ਲਈ, ਸਰੀ ਨਿਊਟਨ ਦੇ ਉਦੋਂ ਨਾਰਥ ਡੈਲਟਾ ਵੀ ਹੁੰਦਾ ਸੀ ਪਹਿਲਾਂ, ਇਹਨਾਂ ਲਈ ਮੈਂ ਔਰ ਇਹਨਾਂ ਦੇ ਇਸ਼ੂਜ਼ ਦੇ ਲਈ ਪੂਰੀ ਜਿਹੜੀ ਆ ਆਵਾਜ਼ ਉਠਾਈ, ਲੜਾਈ ਕੀਤੀ ਆ, ਔਰ ਲੋਕਾਂ ਨੂੰ ਮੈਂ ਸਮਝਦਾ ਹੈਗਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਨੀਡਸ ਆ ਉਹਨੂੰ ਸਮਝਦਾ ਹੋਇਆ ਔਰ ਮੇਰੇ ਪੈਸ਼ਨ ਨੂੰ ਮੱਦੇ ਨਜ਼ਰ ਰੱਖਦਾ ਹੋਇਆ, ਤੇ ਮੈਨੂੰ ਪੂਰੀ ਆਸ ਆ ਕਿ ਜਿਹੜੇ ਸਰੀ ਨਿਊਟਨ ਦੇ ਲੋਕ ਨੇ
ਉਹ ਜਿਹੜੇ ਨੇ ਵਸਿੰਦੇ ਆ, ਔਰ ਬਹੁਤ ਸਾਰੇ ਸਪੋਰਟਰ ਬਾਹਰ ਬੈਠੇ ਨੇ ਜਿਹੜੇ ਸਰੀ ਨਿਊਟਨ 'ਚ ਨਹੀਂ ਹੈਗੇ, ਉਹ ਮੇਰੀ ਸਪੋਰਟ ਕਰਨਗੇ, ਵੋਟਰਸ ਵੋਟ ਪਾਉਣਗੇ ਤੇ ਮੈਨੂੰ ਮੌਕਾ ਚੌਥੀ ਵਾਰ ਦੇਣਗੇ। 2019 ਜਿੱਦਾਂ 21 ਅਕਤੂਬਰ ਨੂੰ ਇਲੈਕਸ਼ਨ ਹੁੰਦਾ, ਤਾਂ ਕਿ ਮੈਂ ਉਹਨਾਂ ਦੀ ਆਵਾਜ਼ ਬਣ ਕੇ ਇਸੇ ਤਰੀਕੇ ਨਾਲ ਜਿਹੜਾ ਵਾ ਉਹ ਆਟਵਾ ਦੇ ਵਿੱਚ ਲੜਦਾ ਰਹਾਂ, ਉਹਨਾਂ ਦੇ ਲਈ ਆਵਾਜ਼ ਬਣ ਸਕਾਂ। ਔਰ ਲੋਕਲ ਤੌਰ 'ਤੇ ਇਹ ਜ਼ਰੂਰੀ ਆ, ਜਿਹੜਾ ਮੈਂ ਸੋਚਦਾ ਕਿ ਹਰੇਕ MP ਦਾ ਫਰਜ਼ ਹੈਗਾ, ਮੈਂ ਆਪਣੇ ਆਪ ਨੂੰ ਲੋਕਾਂ ਥਾਈਂ, ਆਮ ਸਧਾਰਨ ਲੋਕਾਂ ਥਾਈਂ ਮੇਰੀ ਜਿਹੜੀ ਆ ਉਹ ਪਹੁੰਚ ਹੋਵੇ, ਆਮ ਸਧਾਰਨ ਇਨਸਾਨ ਮੇਰੇ ਕੋਲ ਆ ਕੇ ਮਿਲ ਸਕਦਾ ਹੋਵੇ ਤੇ ਮੈਂ ਉਹਨਾਂ ਦੇ ਕਿਸੇ ਕੰਮ ਆ ਸਕਦਾ ਹੋਵਾਂ, ਤਾਂ ਮੇਰਾ ਆਫਿਸ ਤੇ ਮੈਂ ਹਮੇਸ਼ਾ ਜਿਹੜੇ ਹੈਗੇ ਆ ਉਹ ਧਿਆਨਦਾਰੀ ਨਾਲ ਦਿਲੋਂ ਜਿਹੜੀ ਆ ਉਹਨਾਂ ਦੀ ਮਦਦ ਕਰਨ ਲਈ ਮੈਨੂੰ ਸਮਰੱਥਾ ਪ੍ਰਮਾਤਮਾ ਦੇਵੇ ਤੇ ਲੋਕ ਮੈਨੂੰ ਮੌਕਾ ਦੇਣ ਜੀ, ਮੈਂ ਤਿਆਰ ਹਾਂ। 21 ਅਕਤੂਬਰ ਨੂੰ ਇਲੈਕਸ਼ਨ ਆ ਰਹੀਆਂ ਜੀ, 21 ਅਕਤੂਬਰ ਤੁਸੀਂ ਜਿੱਤ ਜਾਂਦੇ ਹੋ, ਪ੍ਰਮਾਤਮਾ ਕਰੇ ਤੁਸੀਂ ਦੁਬਾਰਾ ਆਫਿਸ ਦੇ ਵਿੱਚ ਫਿਰ ਜਾਓ, ਆਟਵਾ ਜਾਓ, ਤੇ ਇਸ ਵਾਰ ਕੋਈ ਮਿਨਿਸਟਰੀ ਮਿਲਣ ਦੇ ਆਸਾਰ ਹੈ ਜੀ? ਨਹੀਂ, ਦੇਖੋ ਜਿਹੜੀ ਮਿਨਿਸਟਰੀ ਹੈਗੀ ਨਾ, ਉਹ ਇੱਕ ਸਟੈਪ ਹੈਗਾ ਜੀ। ਜਿਹੜਾ ਮੈਂ ਲੜਦਾ ਹੈਗਾ, ਇਲੈਕਸ਼ਨ ਲੜਦਾ, ਉਹ ਮੈਂ MP ਇਲੈਕਟ ਹੋਣ ਲਈ ਜਿਹੜਾ ਇਲੈਕਸ਼ਨ ਲੜਦਾ ਹੈ ਜੀ, ਠੀਕ ਹੈ ਨਾ। MP ਤੋਂ ਅੱਗੇ ਮਿਨਿਸਟਰ ਬਣਨਾ ਤਾਂ ਇੱਕ ਸਟੈਪ ਹੈ, ਉਹਦੇ ਵਿੱਚ ਹਰ ਇੱਕ ਜਿਹੜਾ 338 ਬਣਨੇ ਆ, ਸਾਰੇ ਨਹੀਂ ਬਣ ਸਕਦੇ। 338 ਦੇ 38 ਜਿਹੜੇ ਆ ਉਹ 'ਚ 30 ਬਣਨੇ, 30 'ਚ ਅਸੀਂ 15 ਜਿਹੜੇ ਨੇ ਸਪਾਟ ਉਹ ਵਿਮਨ ਨੂੰ ਵੀ ਦੇਣੇ ਆ, ਕਿਉਂਕਿ ਪ੍ਰਾਈਮ ਮਿਨਿਸਟਰ ਨੇ ਵਿਮਨ ਇਕੁਆਲਿਟੀ ਲਿਆਂਦੀ, 50-50 ਕੀਤਾ, ਠੀਕ ਹੈ ਨੇ। ਹੁਣ ਜੇ 15 ਜਿਹੜੇ ਸਪਾਟ ਹੈਗੇ ਆ, ਉਹ ਜ਼ਰੂਰੀ ਨਹੀਂ ਹੈ ਵੀ ਉਹਦੇ ਵਿੱਚੋਂ ਜਿਹੜਾ ਵਾ ਉਹ ਸੁਖ ਧਾਲੀਵਾਲ ਦਾ ਇਹ ਨੰਬਰ ਜਿਹੜਾ ਉਹ 'ਚ ਲੱਗੇ, ਉਹਦੇ ਵਿੱਚ ਜਿਹੜੇ ਵੀ ਲੱਗਦੇ ਹੈਗੇ ਨੇ, ਸਾਡਾ ਮੇਨ ਫੋਕਸ ਹੈ ਮੇਰਾ ਵੀ ਮੈਂ ਸਰੀ ਨਿਊਟਨ ਦਾ MP ਬਣ ਕੇ ਇਲੈਕਸ਼ਨ ਲੜਦਾ, ਨਾ ਕਿ ਮਿਨਿਸਟਰੀ ਲਈ। ਪਰ ਮੈਂ ਇਹ ਆ ਵੀ ਤੁਸੀਂ ਕਿਹਾ ਵੀ ਮੌਕਾ ਮਿਲੇ ਫਿਰ ਟਾਈਮਸ ਆਫ ਕੈਨੇਡਾ ਦੇ ਤੁਹਾਡੇ ਕੋਲ ਇੱਥੇ ਆ ਕੇ ਫਿਰ ਲੋਕਾਂ ਨਾਲ ਆਪਾਂ ਰੂਬਰੂ ਹੋਵਾਂਗੇ, ਇਹੀ ਚੀਜ਼ ਜਿਹੜੀ ਅੱਜ ਕਹੀ ਆ ਮੈਂ ਉਹ 'ਚ ਵੀ ਮਾਣ ਮਹਿਸੂਸ ਕਰੂੰਗਾ। ਜੋ ਉਸ ਵੇਲੇ ਦਾ ਲੋਕਾਂ ਦਾ ਲੀਡਰ ਆ, ਜੋ ਫਤਵਾ ਦਿੰਦਾ ਉਹ ਤੇ, ਕਿਉਂਕਿ ਮੈਂ ਪਾਰਟੀ ਜੁਆਇਨ ਕੀਤੀ, ਮੈਂ ਇਹ ਨਹੀਂ ਵਿਨੇ ਜੀ ਵੀ ਅੱਜ ਹਵਾ ਨਾਲ ਬਦਲ ਜਾਣਾ ਵੀ ਅੱਜ NDP ਹੋ ਗਿਆ, ਕੱਲ ਨੂੰ ਕੰਜ਼ਰਵੇਟਿਵ ਹੋ ਜਾਊਗਾ, ਪਰਸੋਂ ਨੂੰ NDP ਹੋ ਜਾਊਗਾ, ਅੱਜ ਗ੍ਰੀਨ ਪਾਰਟੀ ਜਾਂ PPC। ਪੱਕੇ ਲਿਬਰਲ 1986 ਦੇ ਵਿੱਚ ਪਾਰਟੀ ਜੁਆਇਨ ਕੀਤੀ ਸੀ, ਇੱਕੋ ਹੀ ਪਾਰਟੀ ਦੇ ਨਾਲ ਉਸ ਦਿਨ ਦਾ ਚੱਲਿਆ ਹੋਣਾ, ਔਰ ਇੱਕੋ ਹੀ ਏਰੀਆ 'ਚੋਂ ਇਲੈਕਸ਼ਨ ਲੜਦਾ। ਇਹ ਵੀ ਨਹੀਂ ਹੈਗਾ ਵੀ ਅੱਜ ਮੈਨੂੰ ਕਮਿਊਨਿਟੀ ਨੇ ਮੌਕਾ ਨਹੀਂ ਦਿੱਤਾ ਤੇ ਮੈਂ ਛੱਡ ਕੇ ਕਨਸਟੀਚੁਐਂਸੀ ਕਿਤੇ ਹੋਰ ਭੱਜ ਜਾਵਾਂ, ਨਹੀਂ, ਕਿਉਂਕਿ ਮੈਨੂੰ ਇੱਥੇ ਦੇ ਲੋਕਾਂ ਦੇ ਨਾਲ ਮੇਰਾ ਪਿਆਰ ਆ, ਇੱਥੇ ਹੀ ਮੇਰਾ ਪੈਸ਼ਨ ਆ, ਇੱਥੇ ਹੀ ਮੇਰਾ ਬਿਜ਼ਨਸ ਆ, ਇੱਥੇ ਹੀ ਮੇਰਾ ਰੈਜ਼ੀਡੈਂਸ ਆ, ਸੋ ਮੈਂ ਤਾਂ ਇੱਥੇ ਹੀ ਰਹਿਣਾ। ਸੋ ਬਾਕੀ ਤੁਹਾਡੇ ਦਰਸ਼ਕਾਂ ਦੀ ਤੇ ਅੰਤ ਦੇ ਵਿੱਚ ਤੁਸੀਂ ਟਾਈਮਸ ਆਫ ਕੈਨੇਡਾ ਦਰਸ਼ਕਾਂ ਨੂੰ, ਇਲੈਕਸ਼ਨ ਵੀ ਆਉਣ ਵਾਲੀ ਹੈ, ਤੁਹਾਡੀ ਕਨਸਟੀਚੁਐਂਸੀ ਦੇ ਵਿੱਚ ਬਹੁਤ ਸਪੋਰਟ ਵੀ ਮਿਲਦੀ ਹੈ, ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ, ਪਹਿਲਾਂ ਤਾਂ ਤੁਹਾਡਾ ਵਿਨੇ ਜੀ ਧੰਨਵਾਦ, ਔਰ ਟਾਈਮਸ ਆਫ ਕੈਨੇਡਾ ਦਾ ਧੰਨਵਾਦ ਕਿ ਤੁਸੀਂ ਮੈਨੂੰ ਜਿਹੜੇ ਸੀ ਉਹ ਆਪਣੇ ਦਰਸ਼ਕਾਂ ਨਾਲ ਰੂਬਰੂ ਕੀਤਾ। ਸਾਰਿਆਂ ਨੂੰ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰੀ ਨਿਊਟਨ ਦੇ ਲੋਕਾਂ ਦਾ, ਮੇਰੇ ਸਪੋਰਟਰ ਦਾ, ਤੁਹਾਡੇ ਦਰਸ਼ਕ ਦਾ, ਉਹਨਾਂ 'ਚੋਂ, ਕਿ ਤੁਸੀਂ ਮੈਨੂੰ ਪ੍ਰਿਵਿਲੇਜ ਦਿੱਤੀ 3 ਵਾਰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਾਣ ਦੀ। ਔਰ ਮੈਂ ਇਹ ਦਾਅਵੇ ਨਾਲ ਕਹਿਣਾ ਕਿ ਦਿਆਨਤਦਾਰੀ ਨਾਲ, ਬੜੇ ਇਮਾਨਦਾਰੀ ਦੇ ਨਾਲ, ਬੜੀ ਮਿਹਨਤ ਕਰਕੇ, ਜਿੱਥੇ ਮੈਂ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਨਾਲ ਜਿਹੜੇ ਇਸ਼ੂਜ਼ ਸੀਗੇ, ਚਾਹੇ ਉਹ ਇੰਡੀਵਿਜੂਅਲ ਇਸ਼ੂਜ਼ ਹੋਣ, ਚਾਹੇ ਉਹ ਪਾਲਿਸੀ ਇਸ਼ੂਜ਼ ਹੋਣ, ਉਹਨਾਂ ਦੇ ਉੱਤੇ ਪੂਰਾ ਜਿਹੜੇ ਨੇ ਉਹ ਮਿਹਨਤ ਕੀਤੀ ਆ। ਤੇ ਇਹੀ ਆਸ ਹੈਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਮੈਂ ਕਿਸੇ ਦੇ ਕੰਮ ਆ ਸਕਾਂ, ਤਾਂ ਉਹ ਦਫ਼ਤਰ ਸਾਡਾ ਹਮੇਸ਼ਾ ਜਿਹੜਾ ਉਹ ਖੁੱਲ੍ਹਾ ਹੈਗਾ, ਐਕਸੈਸਿਬਿਲਿਟੀ ਹੈਗੀ ਆ। ਪਰ ਜਦੋਂ ਸਮਾਂ ਆਇਆ ਅਕਤੂਬਰ 21 ਨੂੰ ਇਲੈਕਸ਼ਨ ਹੋਣਾ, ਤੇ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗੀ ਉਦੋਂ ਮੈਨੂੰ ਤੁਹਾਨੂੰ ਸੱਦਾ ਨਾ ਦੇਣਾ ਪਵੇ, ਇਨਫੈਕਟ ਤੁਸੀਂ ਚੱਲ ਕੇ ਆ ਕੇ ਮੇਰੀ ਜਿਹੜੀ ਸਪੋਰਟ ਕਰੋ, ਤਾਂ ਕਿ ਮੈਨੂੰ ਫਿਰ ਪ੍ਰਿਵਿਲੇਜ ਦੇਵੋ। ਔਰ ਜਿਹੜੀਆਂ ਇਹ ਵੀ ਨਾਲ ਜੇ ਕੋਈ ਇਸ਼ੂਜ਼ ਹੈਗੇ ਨੇ ਆਉਣ, ਮੈਂ ਬੜਾ ਖੁੱਲ੍ਹ ਦਿਲ ਹੈਗਾ ਵਿਨੇ ਜੀ, ਤੇ ਮੈਂ ਚਾਹੁੰਦਾ ਕਿ ਜੇ ਕੋਈ ਇਸ਼ੂ ਤੁਹਾਡੇ ਦਿਮਾਗ 'ਚ ਹੈ ਵੀ ਜਿੱਥੇ ਤੁਹਾਨੂੰ ਲੱਗਦਾ ਹੈਗਾ ਵੀ ਮੈਂ ਠੀਕ ਨਹੀਂ ਕਰ ਰਿਹਾ, ਜਾਂ ਸਾਡੀ ਗਵਰਨਮੈਂਟ ਠੀਕ ਨਹੀਂ ਕਰ ਰਹੀ, ਜਾਂ ਜਿਹੜੀ ਅਸੀਂ ਬਿਹਤਰ ਕਰ ਸਕਦੇ ਹਾਂ ਜਾਂ ਕੁਝ ਹੋਰ ਕਰ ਸਕਦੇ ਹਾਂ, ਉਹ ਮੈਨੂੰ ਦੱਸੋ। ਮੈਂ ਜਿਹੜਾ ਵਾ ਉਹ ਪਾਲਿਸੀ, ਉਹ ਇਸ਼ੂਜ਼ ਜਿਹੜੇ ਨੇ ਉਹ ਅੱਗੇ ਫਾਰਵਰਡ ਲੈ ਕੇ ਜਾਊਂ। ਕਿੰਨੀ ਸਕਸੈਸ ਮਿਲਦੀ ਆ ਉਹ ਪ੍ਰਮਾਤਮਾ ਕਰੇ ਕਿ ਉਹਦੇ ਵਿੱਚ ਮੈਨੂੰ ਜਿਹੜੀ ਆ ਉਹ ਸਕਸੈਸ ਮਿਲੇ ਜਦੋਂ ਅੱਗੇ ਲੈ ਕੇ ਜਾਊਂਗਾ, ਤੇ ਲੋਕ ਜਿਹੜੇ ਨੇ ਉਹ ਖੁਸ਼ਹਾਲ ਰਹਿਣ। ਸੁਖ ਧਾਲੀਵਾਲ ਜੀ, ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾ, ਬੈਸਟ ਆਫ ਲੱਕ ਇਨ ਐਡਵਾਂਸ। ਅਕਤੂਬਰ 21 ਨੂੰ ਇਲੈਕਸ਼ਨ ਹੋਣ ਵਾਲੀ ਹੈ, ਉਸ ਤੋਂ ਬਾਅਦ ਤੁਸੀਂ ਜਿੱਤੋ, ਇੱਕ ਵਾਰ ਫਿਰ ਆਪਾਂ ਗੱਲਬਾਤ ਕਰੀਏ। ਦੇਖੋ ਵਿਨੇ ਜੀ, ਉਦੋਂ ਤਾਂ ਆਪਾਂ ਕਰਨੀ ਹੈ ਇਲੈਕਸ਼ਨ, ਇਹ ਨਹੀਂ ਹਜੇ 5 ਮਹੀਨੇ ਪਏ ਆ, ਪਰ 5 ਮਹੀਨੇ ਜੇ ਤੁਸੀਂ ਅਕਾਊਂਟੇਬਲ ਠਹਿਰਾਉਣਾ ਆਪਦੇ ਦਰਸ਼ਕਾਂ ਲਈ ਔਰ ਕੰਸਟੀਟਿਊਐਂਟਸ ਲਈ, ਮੈਂ ਹਮੇਸ਼ਾ ਜਿਹੜਾ ਵਾ ਉਹ ਖੁੱਲ੍ਹ ਦਿਲ ਹੈ ਮੇਰੀ, ਤੁਸੀਂ ਮੈਨੂੰ ਦੱਸੋ, ਵਿੱਚ ਵੀ ਮੁਲਾਕਾਤ ਹੁੰਦੀ ਰਹੇਗੀ। ਹਾਜ਼ਰ ਬਿਲਕੁਲ ਠੀਕ, ਤੇ ਬਾਅਦ 'ਚ ਵੀ। ਥੈਂਕ ਯੂ ਭਾਈ, ਥੈਂਕ ਯੂ।